ਸਨਮਾਨਯੋਗ ਗੁਰੂ ਸਵਾਰਿਓ, ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਆਪ ਸਾਰਿਆਂ ਦਾ ਸਵਾਗਤ ਹੈ ਜੀ। ਹਰ ਮੰਗਲਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਭਗਤ ਕਬੀਰ ਜੀ ਦੀ ਰਚਿਤ ਕੀਤੀ ਹੋਈ ਬਾਣੀ ਵਾਰ 7 ਜੋੜੀ ਰਾਗ ਦੇ ਵਿੱਚ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 344 ਤੇ ਇਹਦੇ ਵਿੱਚੋਂ ਅਸੀਂ ਮੰਗਲਵਾਰ ਦੇ ਤੱਕ ਵਿਚਾਰ ਅਸੀਂ ਕਰ ਚੁੱਕੇ ਹਾਂ। ਮੰਗਲਵਾਰੇ ਨੇ ਮਾਹੀਤ ਪੰਚ ਚੋਰ ਕੀ ਜਾਣੇ ਰੀਤ, ਘਰ ਛੋੜੇ ਬਾਹਰ ਦਿਨ ਜਾਏ, ਨਾਤੁਰ ਖਰਾ ਰਿਸੇ ਹੈ ਰਾਏ। ਅੱਜ ਅਸੀਂ ਬੁੱਧਵਾਰ ਦੇ ਜੋ ਵਾਰ ਹੈ ਉਹਦੀ ਵਿਚਾਰ ਸ਼ੁਰੂ ਕਰ ਰਹੇ ਹਾਂ। ਬੁੱਧਵਾਰ ਬੁੱਧ ਕਰੈ ਪ੍ਰਗਾਸ, ਹਿਰਦੇ ਕਮਲ ਮੈਂ ਹਰ ਕਾ ਵਾਸ। ਇਹ ਵਿਚਾਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਹਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਮੈਂ ਬੇਨਤੀ ਕਰ ਰਿਹਾ ਹਾਂ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੂੰ ਕਿ ਅੱਜ ਦੀ ਇਹ ਵਿਚਾਰ ਆਰੰਭ ਕਰਨ। ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ, ਇਸ ਕਲਾਸ ਨਾਲ ਜੁੜੀ ਹੋਈ ਸਮੂਹ ਸਾਧ ਸੰਗਤ ਨੂੰ ਬਹੁਤ ਹੀ ਪਿਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਅਸੀਂ 7 ਵਾਰਾਂ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਮੰਗਲਵਾਰ ਤੱਕ ਦੀ ਵਿਚਾਰ ਕਰ ਚੁੱਕੇ ਹਾਂ। ਅੱਗੋਂ ਜਿਹੜੀ ਵਿਚਾਰ ਹੈ ਉਹ ਬੁੱਧਵਾਰ ਤੋਂ ਅਸੀਂ ਜਿਹੜੀ ਅੱਜ ਆਰੰਭ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਭਗਤ ਕਬੀਰ ਜੀ ਸਾਨੂੰ ਜ਼ਿੰਦਗੀ ਜਿਉਣ ਦੀ ਜਾਚ ਦੱਸਦੇ ਨੇ। ਮੰਗਲਵਾਰ ਦੇ ਵਿੱਚ ਅਸੀਂ ਇਹ ਵਿਚਾਰ ਕੀਤੀ ਸੀ ਕਿ ਮੰਗਲਵਾਰ ਵਾਲਾ ਦਿਨ ਕਿਵੇਂ ਅਸੀਂ ਜ਼ਿੰਦਗੀ ਵਿੱਚ ਜਿਉਣਾ ਹੈਗਾ। ਆਪਣੇ ਆਲੇ ਦੁਆਲੇ ਸ਼ੁਭ ਗੁਣਾਂ ਦਾ ਇੱਕ ਘੇਰਾ ਬਣਾ ਕੇ ਅਸੀਂ ਵਿਕਾਰਾਂ ਤੋਂ ਉਹਨੂੰ ਬਚਾਉਣਾ ਹੈ, ਔਰ ਜਿਹੜਾ ਆਪਣੇ ਇਸ ਨਿਜ ਘਰ ਨੂੰ ਗੁਣਾਂ ਦੇ ਸਕੇਲੇ ਨੂੰ ਛੱਡ ਕੇ ਬਾਹਰ ਜਾਂਦਾ ਹੈ, ਉਹ ਇਹਨਾਂ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਕਰਕੇ ਭਗਤ ਜੀ ਨੇ ਸਮਝਾਇਆ ਹੈ ਕਿ ਤੂੰ ਐਸੇ ਕਿਲੇ ਨੂੰ ਛੱਡ ਕੇ ਬਾਹਰ ਨਾ ਜਾਈਂ, ਨਹੀਂ ਤੇ ਮਨ ਵਿਕਾਰਾਂ ਵਿੱਚ ਪੈ ਕੇ ਬੜਾ ਦੁਖੀ ਹੋਏਗਾ। ਜੀਵਨ ਦੇ ਵਿੱਚ ਮੰਗਲ ਦਾ ਹੋਣਾ ਬਹੁਤ ਜ਼ਰੂਰੀ ਹੈ। ਮੰਗਲ ਮੈਨੇ ਖੁਸ਼ੀ, ਕਲਿਆਣਤਾ, ਕੁਸ਼ਲਤਾ ਇਤਿਆਦਿ। ਤੇ ਇਸ ਮੰਗਲ ਗ੍ਰਹਿ ਦੇ ਬਾਰੇ ਵੀ ਅਸੀਂ ਵਿਚਾਰ ਕੀਤੀ ਸੀ। ਅੱਜ ਦੇ ਇਸ ਕਲਾਸ ਦੇ ਵਿੱਚ ਅਸੀਂ ਹੁਣ ਚੌਥੇ ਪਦੇ ਤੋਂ ਵਿਚਾਰ ਆਰੰਭ ਕਰਨ ਜਾ ਰਹੇ ਹਾਂ। ਬੁੱਧਵਾਰ ਬੁੱਧ ਕਰੈ ਪ੍ਰਗਾਸ। ਬੁੱਧਵਾਰ ਵਾਰ ਦੇ ਰਾਰੇ ਨੂੰ ਸਿਆਰੀ ਹੈ। ਬੁੱਧਵਾਰ ਨੂੰ, ਬੁੱਧਵਾਰ ਵਾਲੇ ਦਿਨ, ਬੁੱਧ, ਇੱਥੇ ਬੁੱਧ ਤੱਦੇ ਨੂੰ ਸਿਆਰੀ ਜਿਹੜੀ ਆਈ ਹੈ, ਇਹ ਇਸਤਰੀ ਲਿੰਗ ਤਤਸਮ ਸ਼ਬਦ ਹੈ। ਆਪਣੀ ਮੌਲਿਕ ਸਿਆਰੀ ਇਹ ਨਾਲ ਲੈ ਕੇ ਆਇਆ ਹੈ। ਹਿੰਦੀ ਦਾ ਸ਼ਬਦ ਬੁੱਧੀ, ਉੱਥੋਂ ਇਹ ਬੁੱਧ ਬਣਿਆ ਹੈਗਾ। ਕਰੈ ਪ੍ਰਗਾਸ। ਬੁੱਧਵਾਰ ਦੇ ਬਾਰੇ ਮੈਂ ਥੋੜੀ ਜਿਹੀ ਵਿਚਾਰ ਆਪ ਜੀ ਨੂੰ ਦੇ ਦਿਆਂ। ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਆਮ ਤੌਰ ਤੇ ਗ੍ਰਹਿਆਂ ਦੇ ਨਾਂ ਦੇ ਉੱਪਰ ਚਲਾਕ ਪੁਜਾਰੀਆਂ ਵੱਲੋਂ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕੀਤਾ ਜਾਂਦਾ ਹੈ, ਔਰ ਭੋਲੀ ਭਾਲੀ ਜਨਤਾ ਜਿਹੜੀ ਹੈ ਬੜੀ ਜਲਦੀ ਵਹਿਮਾਂ ਭਰਮਾਂ 'ਚ ਫਸ ਜਾਂਦੀ ਹੈ। ਕੋਈ ਵੀ ਕੁਛ ਕਹੇ ਉਹਦੇ ਪਿੱਛੇ ਲੱਗ ਤੁਰਦੀ ਹੈ। ਤੇ ਜੋ ਪੁਜਾਰੀ ਵਰਗ ਪ੍ਰਚਾਰ ਕਰਦਾ ਹੈ, ਜੋ ਵੀ ਪ੍ਰਚਾਰਦਾ ਹੈ, ਲੋਕ ਉਹਨੂੰ ਫਟਾਫਟ ਮੰਨ ਲੈਂਦੇ ਨੇ, ਔਰ ਬਿਨਾਂ ਸੋਚੇ ਸਮਝੇ, ਹਾਲਾਂਕਿ ਆਪਣਾ ਕੋਈ ਬਿਜ਼ਨਸ ਕਰਨਾ ਹੋਵੇ, ਦੁਕਾਨਦਾਰੀ ਚਲਾਣੀ ਹੋਵੇ, 1000 ਵਾਰ ਸੋਚਦੇ ਨੇ, ਲੱਖਾਂ ਵਾਰ ਸੋਚਦੇ ਨੇ। ਦੁਨਿਆਵੀ ਕੰਮ ਕਾਰ ਕਰਨਾ ਹੈ, ਮਾਇਆ ਕਮਾਣੀ, ਤੇ ਬੜਾ ਸੋਚ ਵਿਚਾਰ ਕੇ, ਪਰ ਜਦੋਂ ਧਰਮ ਦਾ ਮਸਲਾ ਆਉਂਦਾ ਹੈ ਉਦੋਂ ਆਪਣੇ ਦਿਮਾਗ ਨੂੰ ਤਾਲਾ ਮਾਰ ਦਿੰਦੇ ਨੇ, ਆਪਣੀ ਅਕਲ ਨੂੰ ਬੰਦ ਕਰ ਦਿੰਦੇ ਨੇ। ਤੇ ਉਦੋਂ ਕੀ ਹੁੰਦਾ, ਫਿਰ ਚਲਾਕ ਪੁਜਾਰੀ ਜਿਹੜੇ ਨੇ ਲੋਕਾਂ ਨੂੰ ਹੋਰ ਵੀ ਮੂਰਖ ਬਣਾ ਕੇ ਉਹਨਾਂ ਨੂੰ ਲੁੱਟਦੇ ਨੇ। ਮਾਰਕ ਟਵੇਨ ਦਾ ਇਹ ਕਹਿਣਾ ਹੈ
ਕਿ ਦੁਨੀਆ ਨੂੰ ਮੂਰਖ ਬਣਾਉਣਾ ਬਹੁਤ ਆਸਾਨ ਹੈ, ਪਰ ਦੁਨੀਆ ਨੂੰ ਇਹ ਸਮਝਾਉਣਾ ਕਿ ਤੁਹਾਨੂੰ ਮੂਰਖ ਬਣਾਇਆ ਜਾ ਰਿਹਾ ਹੈ, ਇਹ ਬੜਾ ਮੁਸ਼ਕਲ ਕੰਮ ਹੈ। ਮਤਲਬ ਲੋਕ ਮੂਰਖ ਬੜੀ ਆਸਾਨੀ ਨਾਲ ਬਣਦੇ ਨੇ, ਪਰ ਉਹਨਾਂ ਨੂੰ ਮੂਰਖਤਾ ਤੋਂ ਬਾਹਰ ਕੱਢਣ ਵਾਸਤੇ ਬਹੁਤ ਯਤਨ ਕਰਨੇ ਪੈਂਦੇ ਨੇ। ਬੜਾ ਮੁਸ਼ਕਲ ਦਾ ਕੰਮ ਹੈ ਕਿ ਲੋਕਾਂ ਨੂੰ ਸਮਝਾਉਣਾ ਕਿ ਤੁਹਾਨੂੰ ਮੂਰਖ ਬਣਾਇਆ ਜਾ ਰਿਹਾ। ਗ੍ਰਹਿਆਂ ਦੇ ਨਾਂ ਤੇ ਕੁਛ ਹੀ ਕੀਤਾ ਗਿਆ ਕਿ ਫਲਾਣੇ ਗ੍ਰਹਿ ਦੀ ਨਜ਼ਰ ਜੇ ਸਵੱਲੀ ਹੋ ਜਾਏਗੀ ਤੇ ਬੜਾ ਵਧੀਆ ਹੋ ਜਾਏਗਾ, ਸਵੱਲੀ ਨਹੀਂ ਹੋਏਗੀ, ਟੇਢੀ ਨਜ਼ਰ ਹੋਗੀ ਤੇ ਤੁਹਾਡਾ ਨੁਕਸਾਨ ਹੋ ਜਾਏਗਾ। ਉਹ ਅਸਮਾਨਾਂ ਵਿੱਚ ਘੁੰਮਦੇ ਵੱਡੇ ਵੱਡੇ ਗੈਸਾਂ ਦੇ ਗੋਲੇ ਉਹ ਸਾਨੂੰ ਦੇਖ ਰਹੇ ਨੇ, ਕੱਲੇ ਕੱਲੇ ਨੂੰ ਦੇਖ ਰਹੇ ਨੇ, ਤੇ ਬਕਾਇਦਾ ਉਹਨਾਂ ਨੂੰ ਪਤਾ ਵੀ ਆ ਅੰਮ੍ਰਿਤਪਾਲ ਸਿੰਘ ਜਿਹੜਾ ਹੈ ਮਾੜਾ ਹੈ ਤੇ ਮੈਂ ਟੇਢੀ ਨਜ਼ਰ ਕਰਨੀ ਹੈ, ਆ ਨਾਲ ਸੁਰਜੀਤ ਸਿੰਘ ਬੈਠਾ ਹੈ ਬੜਾ ਚੰਗਾ ਤੇ ਚੰਗੀ ਨਜ਼ਰ ਕਰਨੀ ਹੈ। ਇਸ ਤਰ੍ਹਾਂ ਉਹ ਪ੍ਰਚਾਰਿਆ ਜਾਂਦਾ ਹੈ ਕਿ ਉਹ ਜਿਹੜੇ ਅਸਮਾਨਾਂ 'ਚ ਕਰੋੜਾਂ ਮੀਲ ਦੂਰ ਜਿਹੜੇ ਗ੍ਰਹਿ ਘੁੰਮ ਰਹੇ ਨੇ, ਉਹਨਾਂ ਦਾ ਸਾਡੇ ਤੇ ਅਸਰ ਪੈ ਰਿਹਾ ਹੈ। ਅਸੀਂ ਇਹਨਾਂ ਗੱਲਾਂ ਨੂੰ ਬੜੀ ਆਸਾਨੀ ਨਾਲ ਮੰਨ ਜਾਂਦੇ ਹਾਂ। ਇਹਦੇ ਦਰਮਿਆਨ ਹੀ ਜਿਹੜਾ ਅੱਜ ਬੁੱਧਵਾਰ ਅਸੀਂ ਵਿਚਾਰ ਕਰਨ ਲੱਗੇ ਹਾਂ, ਬੁੱਧਵਾਰ ਦਾ ਨਾਮ ਬੁੱਧ ਗ੍ਰਹਿ ਤੇ ਰੱਖਿਆ ਹੋਇਆ ਹੈ। ਬੁੱਧ ਗ੍ਰਹਿ ਤੇ ਇਹਦਾ ਨਾਮ ਹੈ ਤੇ ਇਹਨੂੰ ਮਰਕਰੀ ਵੀ ਕਿਹਾ ਜਾਂਦਾ ਹੈ। ਇੰਗਲਿਸ਼ ਦੇ ਵਿੱਚ ਇਹਦਾ ਨਾਮ ਮਰਕਰੀ ਹੈ। ਇਹ ਰੋਮਨ ਦੇਵਤੇ ਦੇ ਨਾਮ ਤੇ ਰੱਖਿਆ ਹੋਇਆ ਨਾਮ ਹੈ ਮਰਕਰੀ, ਤੇ ਪ੍ਰਾਚੀਨ ਰੋਮਨ ਦੇ ਲੋਕ ਜਿਹੜੇ ਸਨ ਇਹਨੂੰ ਦੇਵਤਿਆਂ ਦਾ ਸੰਦੇਸ਼ ਵਾਹਕ ਮੰਨਦੇ ਸਨ। ਬੁੱਧ ਜਿਹੜਾ ਗ੍ਰਹਿ ਹੈ ਇਹ ਉਹਨੂੰ ਦੇਵਤਾ ਮੰਨਿਆ ਗਿਆ ਹੈ ਜਿਹੜਾ ਦੇਵਤਾ ਆਪਣੀ ਨਜ਼ਰ ਜੇ ਸਵੱਲੀ ਕਰ ਦੇਵੇ ਫਿਰ ਤੇ ਤੰਦਰੁਸਤੀ ਦੇ ਦਿੰਦਾ ਹੈ, ਅਮੀਰੀ ਦੇ ਦਿੰਦਾ ਹੈ, ਬੁੱਧੀ ਦੇ ਦਿੰਦਾ ਹੈ। ਪਰ ਜੇ ਕਿਤੇ ਇਹਦੀ ਨਜ਼ਰ ਸਵੱਲੀ ਨਾ ਰਵੇ, ਟੇਢੀ ਨਜ਼ਰ ਕਰ ਦੇਵੇ, ਫਿਰ ਇਹ ਗਰੀਬੀ ਦੇ ਦਿੰਦਾ ਹੈ। ਜਦੋਂ ਕਿਸੇ ਨਾਲ ਨਾਰਾਜ਼ ਹੋ ਜਾਏ ਉਹਨੂੰ ਬਿਮਾਰ ਕਰ ਦਿੰਦਾ ਇਹ। ਜਦੋਂ ਕਿਸੇ ਨਾਲ ਇਹਦੀ ਵਿਗੜ ਜਾਏ ਉਦੋਂ ਉਹਦੀ ਮੱਤ ਮਾਰ ਦਿੰਦਾ ਵੈ। ਮਤਲਬ ਇਹਦੀ ਗੁੱਸੇ 'ਚ ਆ ਜਾਂਦਾ ਹੈ। ਇਹ ਦੇਵਤਾ ਐਸਾ ਹੈ ਜਿਹੜਾ ਗੁੱਸੇ 'ਚ ਆ ਜਾਂਦਾ ਹੈ, ਨਾਰਾਜ਼ ਹੋ ਜਾਂਦਾ ਹੈ ਤੇ ਕਿਸੇ ਨੂੰ ਚੁੱਕ ਕੇ ਬਿਮਾਰ ਕਰ ਦਿੰਦਾ ਹੈ ਕਿ ਤੂੰ ਮੇਰੀ ਸਿਫਤ ਨਹੀਂ ਕੀਤੀ, ਤੂੰ ਮੇਰੀ ਪ੍ਰਸ਼ੰਸਾ ਨਹੀਂ ਕੀਤੀ, ਤੂੰ ਮੈਨੂੰ ਦਾਨ ਨਹੀਂ ਦਿੱਤਾ। ਤੇ ਐਡੇ ਵੱਡੇ ਗ੍ਰਹਿ ਨੂੰ ਦਾਨ 'ਚ ਕੀ ਚਾਹੀਦਾ ਹੈ? ਹਰੇ ਕੱਪੜੇ ਦੇ ਵਿੱਚ ਹਰੀ ਮੂੰਗੀ ਦੀ ਦਾਲ, ਜਿਨ੍ਹਾਂ ਤੋਂ ਗੁਰਦੁਆਰਿਆਂ ਦੇ ਰਾਗੀ ਭਾਈ ਅੱਕੇ ਹੋਏ ਨੇ ਮੂੰਗੀ ਮਸਰੀ ਤੋਂ ਮਾਂ ਤੋਂ, ਉਹਨੂੰ ਇਹ ਦਾਲ ਚਾਹੀਦੀ ਹੈ, ਉਹ ਤੇ ਖੁਸ਼ ਹੋ ਜਾਂਦਾ ਇਹ। ਮਤਲਬ ਕਿਹੋ ਜਿਹਾ ਦਾ ਸੁਭਾਅ ਹੋਏਗਾ ਕਿ ਜਿਹੜਾ ਦਾਲ ਦੇ ਉੱਪਰ ਹੀ ਖੁਸ਼ ਹੋ ਜਾਂਦਾ ਹੈ। ਜਿਹੜਾ ਹਰੇ ਕੱਪੜੇ 'ਚ ਹਰੀ ਦਾਲ ਇਹਨੂੰ ਦੇ ਦਿੰਦਾ ਵੈ ਉਹਦੇ ਤੇ ਖੁਸ਼ ਹੋ ਜਾਂਦਾ ਵੈ, ਪਰ ਜਿਹੜਾ ਹਰੇ ਕੱਪੜੇ 'ਚ ਪਾ ਕੇ ਹਰੀ ਦਾਲ ਮੂੰਗੀ ਹਰੀ ਨਾ ਦਵੇ ਉਹਦੇ ਤੇ ਨਾਰਾਜ਼ ਹੋ ਜਾਂਦਾ। ਤੂੰ ਮੈਨੂੰ ਦਾਲ ਨਹੀਂ ਦਿੱਤੀ, ਇਸ ਕਰਕੇ ਹੁਣ ਤੈਨੂੰ ਮੈਂ ਬਿਮਾਰ ਕਰ ਦਿਆਂਗਾ, ਹੁਣ ਮੈਂ ਤੇਰੇ ਪੈਸੇ ਖੋਹ ਲਿਆਂਗਾ, ਹੁਣ ਮੈਂ ਤੇਰੀ ਮੱਤ ਮਾਰ ਦਿਆਂਗਾ। ਇਹ ਬੁੱਧ ਦਾ ਕੰਮ ਹੈਗਾ, ਬੁੱਧ ਗ੍ਰਹਿ ਦਾ। ਦੇਵਤੇ ਵੀ ਇਸ ਤਰ੍ਹਾਂ ਕਰਦੇ ਹੁੰਦੇ ਨੇ। ਇਹ ਚੀਜ਼ਾਂ ਜਿਹੜੀਆਂ ਪੁਜਾਰੀਆਂ ਵੱਲੋਂ ਪ੍ਰਚਾਰੀਆਂ ਗਈਆਂ ਨੇ ਇਸ ਤਰ੍ਹਾਂ ਦੀਆਂ, ਤੇ ਇਹ ਚੀਜ਼ਾਂ ਪ੍ਰਚਾਰ ਕੇ ਭੋਲੇ ਭਾਲੇ ਲੋਕ ਨਹੀਂ, ਮੈਂ ਕਹਾਂਗਾ ਮੂਰਖ ਲੋਕ ਜਿਹੜੇ ਬਿਜ਼ਨਸ ਦੇ ਵਿੱਚ ਤੇ ਪੂਰਾ ਦਿਮਾਗ ਵਰਤਦੇ ਨੇ, ਧਰਮ ਦੀ ਦੁਨੀਆ 'ਚ ਆ ਕੇ ਆਪਣੀ ਅਕਲ ਨੂੰ ਤਾਲਾ ਮਾਰ ਦਿੰਦੇ ਨੇ, ਉਹ ਲੋਕ ਇਹਨਾਂ ਵਹਿਮਾਂ ਭਰਮਾਂ 'ਚ ਫਿਰ ਫਸ ਜਾਂਦੇ ਨੇ। ਜਦੋਂ ਸੁਭਾਵਕ ਦੁਨੀਆ ਦੇ ਵਿੱਚ ਕੁਝ ਲੋਕ ਅਮੀਰ ਵੀ ਨੇ, ਕੁਝ ਗਰੀਬ ਵੀ ਨੇ, ਕੁਝ ਤੰਦਰੁਸਤ ਵੀ ਹੁੰਦੇ ਨੇ, ਕੁਝ ਬਿਮਾਰ ਵੀ ਹੁੰਦੇ ਨੇ। ਹੁਣ ਜਿਹੜੇ ਬਿਮਾਰ ਨੇ ਤੇ ਗਰੀਬ ਨੇ, ਉਹਨਾਂ ਦੀ ਗਰੀਬੀ ਤੇ ਬਿਮਾਰੀ ਦਾ ਨਜਾਇਜ਼ ਫਾਇਦਾ ਚੁੱਕਿਆ ਜਾਂਦਾ ਹੈ ਪੁਜਾਰੀਆਂ ਵੱਲੋਂ। ਉਹ ਆਖਦੇ ਨੇ ਤੇਰੀ ਗਰੀਬੀ ਤਾਂ ਹੈ ਕਿਉਂਕਿ ਬੁੱਧ ਗ੍ਰਹਿ ਦੀ ਤੇਰੇ ਤੇ ਨਜ਼ਰ ਬੜੀ ਮਾੜੀ ਹੈ। ਤੂੰ ਬਿਮਾਰ ਤਾਂ ਹੈ, ਤੂੰ ਗਰੀਬ ਤਾਂ ਹੈ ਕਿਉਂਕਿ ਬੁੱਧ ਗ੍ਰਹਿ ਤੇਰੇ ਤੇ ਬੜਾ ਨਾਰਾਜ਼ ਹੈ। ਹਰੇ ਕੱਪੜੇ 'ਚ ਹਰੀ ਮੂੰਗੀ ਦੀ ਦਾਲ ਤੈਨੂੰ ਦੇਣੀ ਪਏਗੀ, ਖਾਣੀ ਪੁਜਾਰੀ ਨੇ ਆਪ ਹੁੰਦੀ ਹੈ, ਤੇ ਨਾਲ ਨਾਲ ਉਪਾਅ ਕਰਨਾ ਪਏਗਾ। ਉਪਾਅ ਕਰਨ ਕਿਵੇਂ ਹੋਏਗਾ? ਦਾਨ, ਕਿ ਤੈਨੂੰ ਸਾਨੂੰ ਦਾਨ ਕਰਨਾ ਪਏਗਾ। ਅਸੀਂ ਬੁੱਧ ਗ੍ਰਹਿ ਨੂੰ ਖੁਸ਼ ਕਰਨ ਵਾਸਤੇ ਮੰਤਰ ਪੜਾਂਗੇ, ਅਸੀਂ ਬੁੱਧ ਗ੍ਰਹਿ ਦੀ ਸਿਫਤ ਦੇ ਗੀਤ ਗਾਵਾਂਗੇ, ਉਹ ਖੁਸ਼ ਹੋ ਜਾਏਗਾ। ਅਸੀਂ ਉਹਨੂੰ ਕਹਿ ਦਾਂਗੇ ਆ ਫਲਾਣਾ ਬੰਦਾ ਹੈ ਨਾ, ਇਹਨੂੰ ਤੂੰ ਪੈਸੇ ਦੇ ਦੇ ਤੇ ਇਹਦਾ ਰੋਗ ਕੱਟ ਦੇ। ਅਸੀਂ ਤੇਰੇ ਨਾਂ ਦਾ ਮੰਤਰ ਪੜ੍ਹ ਕੇ ਉਹਨੂੰ ਖੁਸ਼ ਕਰਾਂਗੇ ਪਹਿਲਾਂ, ਤੇ ਤੇਰੇ ਨਾਂ ਦਾ ਅਸੀਂ ਦਾਨ ਲੈ ਕੇ ਅਸੀਂ ਤੇਰੇ ਭਲੇ ਦਾ ਕੰਮ ਕਰਾਂਗੇ। ਭਾਵ ਦਾਨ ਅਸੀਂ ਲੈ ਰਹੇ ਹਾਂ, ਐਵੇਂ ਨਹੀਂ ਲੈ ਰਹੇ, ਅਸੀਂ ਪਤਾ ਬੁੱਧ ਗ੍ਰਹਿ ਨੂੰ ਖੁਸ਼ ਕਰਨਾ, ਉਹਦੀ ਸਿਫਤ ਕਰਕੇ, ਉਹਨੂੰ ਸਿਫਤ ਕਰਕੇ ਉਹਦੇ ਮੰਤਰ ਪੜ੍ਹ ਕੇ ਉਹਨੂੰ ਖੁਸ਼ ਕਰਾਂਗੇ। ਫਿਰ ਉਹਦੇ ਅੱਗੇ ਅਸੀਂ ਰਿਕੁਐਸਟ ਕਰਾਂਗੇ ਵੀ ਆਹ ਜਿਹੜਾ ਬੰਦਾ ਹੈ ਨਾ, ਇਹਨੂੰ ਬੁਖਾਰ ਬੜਾ ਚੜ੍ਹਦਾ, ਇਹਦਾ ਬੁਖਾਰ ਦੂਰ ਕਰ ਦੇ, ਜਾਂ ਇਹਦੀ ਸਰੀਰ ਦੇ ਵਿੱਚ ਆਹ ਰੋਗ ਹੈਗਾ, ਇਹਦਾ ਰੋਗ ਕੱਟ ਦੇ, ਇਹਨੂੰ BP ਹੈ, ਇਹਨੂੰ ਸ਼ੂਗਰ ਹੈ, ਉਹ ਕੱਟ ਦੇ ਤੂੰ। ਅਸੀਂ ਬੁੱਧ ਗ੍ਰਹਿ ਨੂੰ ਜਾ ਕੇ ਬੇਨਤੀ ਕਰਾਂਗੇ ਵੀ ਇਹ ਬੰਦਾ ਗਰੀਬ ਬੜਾ, ਇਹਨੂੰ ਰਾਤੋਂ ਰਾਤ ਅਮੀਰ ਕਰ ਦੇ। ਲੋਕ ਫਿਰ ਦਾਨ ਦਿੰਦੇ ਨੇ, ਪੁਜਾਰੀ ਮੋਟੀ ਰਕਮ ਵਸੂਲਦੇ ਨੇ ਤਾਂ ਕਿ ਅਸੀਂ ਸੁਖੀ ਹੋ ਜਾਈਏ, ਸ਼ਾਂਤ ਹੋ ਜਾਈਏ, ਅਸੀਂ ਤੰਦਰੁਸਤ ਹੋ ਜਾਈਏ, ਅਸੀਂ ਅਮੀਰ ਹੋ ਜਾਈਏ। ਇਹ ਸਾਰੀਆਂ ਗੱਲਾਂ ਅੰਧ ਵਿਸ਼ਵਾਸ ਨੇ, ਇਹਨਾਂ 'ਚ ਸੱਚਾਈ ਰੰਚਕ ਮਾਤਰ ਵੀ ਨਹੀਂ। ਕਿ ਹੁਣ ਕੋਈ ਬੰਦਾ ਬਿਮਾਰ ਹੋਵੇ, ਸਾਡੀ ਕਲਾਸ 'ਚ ਹੀ ਮੰਨ ਲਓ ਕੋਈ ਬੰਦਾ ਹੋਵੇ, ਉਹ ਸੁਣ ਰਿਹਾ ਹੋਵੇ ਕਿ ਬੁੱਧ ਗ੍ਰਹਿ ਬਿਮਾਰੀ ਨੂੰ ਦੂਰ ਕਰਦਾ ਹੈ, ਗਰੀਬੀ ਨੂੰ ਦੂਰ ਕਰਦਾ ਹੈ। ਭਾਈ ਸਾਹਿਬ ਨੇ ਚਲੋ ਕਹਿ ਦਿੱਤਾ
मैं रोकण वास्ते कह रहा, वो कहना वाह वाह बड़ा वधिया नुस्खा मिल गया, हुण असीं हरे कपड़े च हरी मूंगी पा के गुरुद्वारे देख के आवांगे, मंदिर देख के आवांगे। कई वारी जदों कोई मनमत की गल दसी जाती ना भी आ मनमत है ते ना करियो, ते कुछ लोग जानबूझ के फिर करन लग जाते, नुस्खा मिल जाता उन्होंने। मेरे नाना जी हरबंस सिंह जगाधरी वाले एक गल मैनूं सुणांदे हुंदे सन, कहंदे मैं किते कथा कीती, हालांकि बहुती उन्हां दी कथा कर्मकांडा मनमतां ते हुंदी सीगी, पर एक गल उन्हां दी बड़ी वधिया लगी जिहड़ी उन्होंने मैनूं दसी। कहण लगे मैं कथा कीती भी लोकां दे विच एक भरम हैगा वै कि जे 40 दिन कड़ाह प्रशाद बिना जीव नूं लगाए सिद्धे ही गले अंदर लगा जाओ ते उस बंदे नूं मुक्ति मिल जाती, उसकी 84 कटी जाती है। साध संगत जी कर्म कांड है, मनमत है, ना करियो तुसीं। भी इहो जिहियां गल्लां फैलियां होईयां ने कि जिहड़ा 40 दिन कड़ाह प्रशाद बिना जीव लगाए गले दे अंदर सिद्धा कर दिंदा वै, ਉਹਨੂੰ मुक्ति मिल जाती ਤੇ ਉਹਦੀ 84 ਕੱਟੀ ਜਾਂਦੀ ਹੈ। ਤੇ ਮੇਰੇ ਨਾਨਾ ਜੀ ਕਹਿਣ ਲੱਗੇ ਤੀਜੇ ਚੌਥੇ ਦਿਨ ਇੱਕ ਆਦਮੀ ਚੀਕਾਂ ਮਾਰਦਾ ਆਇਆ, ਕਿਹੋ ਜੀ ਸਿੱਖਿਆ ਦਿੰਦੇ ਹੋ? ਮੈਂ ਗਰਮ ਪ੍ਰਸ਼ਾਦ ਖਾਦਾ, ਮੇਰੇ ਤੇ ਗਲੇ ਚ ਆ ਕੇ ਸੜ ਗਿਆ, ਮੇਰਾ ਗਲਾ ਸੜ ਗਿਆ, ਮੈਂ ਤਾਂ ਬੋਲਿਆ ਨਹੀਂ ਗਿਆ। ਮੇਰੇ ਨਾਨਾ ਜੀ ਕਹਿਣ ਲੱਗੇ ਉਹਨੂੰ ਸਮਝਾਇਆ ਵੀ ਮੈਂ ਤੇ ਰੋਕਿਆ ਸੀ ਕੰਮ ਨਾ ਕਰ, ਤੂੰ ਉਲਟਾ ਕਰਨ ਲੱਗ ਪਿਆ। ਮਤਲਬ ਕੀ ਹੈ, ਜੇ ਮੈਂ ਇੱਥੇ ਮਨਮਤ ਦੀ ਵੀ ਗੱਲ ਕਰਾਂ ਨਾ ਵੀ ਇਹ ਮਨਮਤਾਂ ਕੀਤੀਆਂ ਜਾਂਦੀਆਂ ਨੇ ਗ੍ਰਹਿ ਨੂੰ ਖੁਸ਼ ਕਰਨ ਵਾਸਤੇ, ਤੇ ਜਿਹੜੇ ਲੋਕ ਅਜੇ ਵੀ ਗ੍ਰਹਿਆਂ ਦੇ ਵਹਿਮਾਂ ਭਰਮਾਂ ਚ ਫਸੇ ਨੇ ਉਹ ਜ਼ਰੂਰ ਕਰਨਗੇ। ਉਹ ਕਹਿਣਗੇ ਤੁਹਾਨੂੰ ਸਹੀ ਬੜਾ ਵਧੀਆ ਮਿਲ ਗਿਆ, ਹਰੇ ਕੱਪੜੇ ਚ ਹਰੀ ਮੂੰਗੀ ਦੀ ਦਾਲ, ਕਿਸੇ ਗ੍ਰਹਿ ਨੂੰ ਖੁਸ਼ ਕਰਨ ਵਾਸਤੇ ਮਾਂ ਦੀ ਦਾਲ, ਜਿਵੇਂ ਸ਼ਨੀ ਨੂੰ ਖੁਸ਼ ਕਰਨ ਵਾਲੇ ਤੇ ਮਾਂ ਦੀ ਦਾਲ। ਤੇ ਮਾਂ ਦੀ ਦਾਲ ਤੇ ਗੁਰਦੁਆਰਿਆਂ ਚ ਇੰਨੀ ਇਕੱਠੀ ਹੋਈ ਪਈ ਹੈ ਕਿ ਰਾਗੀ ਭਾਈ ਵਿਚਾਰੇ 7 ਦਿਨ ਹੀ ਮਾਂ ਖਾਈ ਜਾਂਦੇ ਨੇ। ਮੈਂ ਤੇ ਕਈ ਵਾਰੀ ਸੋਚਦਾ ਵੀ ਰਾਗੀਆਂ ਭਾਈਆਂ ਦੇ ਚਾਕੂ ਮਾਰ ਕੇ ਦੇਖੋ, ਖੂਨ ਨਿਕਲੇ ਨਾ ਨਿਕਲੇ, ਮਾਂ ਦੀ ਦਾਲ ਜ਼ਰੂਰ ਨਿਕਲੇਗੀ, ਇੰਨੀ ਮਾਂ ਇਕੱਠੀ ਹੋਈ। ਕਦੀ ਕਿਸੇ ਗ੍ਰਹਿ ਨੂੰ ਮੈਂ ਸੋਚਦਾ, ਕਿਸੇ ਦੇਵਤੇ ਨੂੰ, ਕਿਸੇ ਗ੍ਰਹਿ ਨੂੰ ਪਨੀਰ ਨਹੀਂ ਚੰਗਾ ਲੱਗਦਾ, ਕਦੀ ਕਦੀ ਪਨੀਰ ਵੀ ਆ ਜਾ ਕਰੇ ਕਿਸੇ ਦਿਨ। ਮਤਲਬ ਇਹਨਾਂ ਚੱਕਰਾਂ ਚ ਅਸੀਂ ਫਸੇ ਹੋਏ ਹਾਂ, ਔਰ ਪੜ੍ਹੇ ਲਿਖੇ ਲੋਕ ਫਸੇ ਹੋਏ ਨੇ, ਅਨਪੜ੍ਹ ਵੀ ਨਹੀਂ ਕਹਿ ਸਕਦੇ ਇਸ ਉਹਨਾਂ ਨੂੰ। ਅੱਜ ਕੱਲ੍ਹ ਤੇ ਪੜ੍ਹਾਈ ਦਾ ਜ਼ਮਾਨਾ ਹੈ, ਹਰ ਕੋਈ ਪੜ੍ਹਿਆ ਲਿਖਿਆ ਹੋਇਆ, ਪੜ੍ਹੇ ਲਿਖੇ ਲੋਕ ਇਹਨਾਂ ਅੰਧ ਵਿਸ਼ਵਾਸਾਂ ਚ ਫਸੇ ਹੋਏ ਨੇ। ਇਹਦੇ ਚ ਕੋਈ ਸੱਚਾਈ ਨਹੀਂ ਕਿ ਕੁਛ ਦਾਨ ਕਰਨ ਨਾਲ, ਵਰਤ ਰੱਖਣ ਨਾਲ, ਕਰਮ ਕਾਂਡ ਕਰਨ ਦੇ ਨਾਲ ਸੁੱਖ ਤੇ ਸ਼ਾਂਤੀ ਆਉਂਦੀ ਹੈ। ਸੱਚਾਈ ਇਹ ਹੈ ਸਾਡੀ ਚੰਗੀ ਸੋਚ ਹੋਵੇ, ਸਾਡੀ ਬੋਲਬਾਣੀ ਮਿੱਠੀ ਹੋਵੇ, ਸਾਡਾ ਦੂਜਿਆਂ ਨਾਲ ਬਿਹੇਵੀਅਰ ਅੱਛਾ ਹੋਵੇ, ਤਾਂ ਅਸੀਂ ਸੁਖੀ ਰਵਾਂਗੇ। ਸਾਡਾ ਸੁੱਖ ਜਾਂ ਦੁੱਖ ਸਾਡੀ ਬੋਲਬਾਣੀ ਤੇ ਡਿਪੈਂਡਡ ਹੈ, ਸਾਡੀ ਸੋਚ ਦੇ ਉੱਪਰ ਨਿਰਭਰ ਹੈ, ਤੇ ਜੋ ਅਸੀਂ ਵਿਹਾਰ ਕਿਸੇ ਨਾਲ ਕਰਦੇ ਹਾਂ ਉਹਦੇ ਉੱਪਰ ਹੀ ਸਾਡਾ ਸੁੱਖ ਤੇ ਦੁੱਖ ਜਿਹੜਾ ਉਹ ਨਿਰਭਰ ਹੈਗਾ। ਜੇ ਅਸੀਂ ਚੰਗੀ ਬੋਲਬਾਣੀ ਰੱਖਾਂਗੇ ਤੇ ਸੁਖੀ ਤੇ ਸ਼ਾਂਤ ਹੋਵਾਂਗੇ। ਹੁਣ ਜਦੋਂ ਬੁੱਧਵਾਰ ਦੀ ਗੱਲ ਕੀਤੀ ਭਗਤ ਕਬੀਰ ਜੀ ਨੇ, ਬੁੱਧਵਾਰ ਬੁੱਧ ਕਰੇ ਪ੍ਰਗਾਸ, ਇਹ ਬੁੱਧਵਾਰ ਹੈ ਕੀ ਹੈ? ਥੋੜੀ ਜੀ ਵਿਗਿਆਨਿਕ ਜਾਣਕਾਰੀ ਲੈ ਲਈਏ, ਔਰ ਇਹ ਐਜੂਕੇਸ਼ਨਲ ਪਰਪਸ ਵਾਸਤੇ ਨਹੀਂ ਹੈ, ਇਹ ਸਿਰਫ ਆਮ ਸਾਇੰਸ ਦੀ ਜਾਣਕਾਰੀ ਹੈ। ਬੁੱਧ ਗ੍ਰਹਿ ਜਿਹੜਾ ਹੈ ਉਹ ਸੂਰਜ ਦੇ ਚੁਫੇਰੇ ਅੰਡਾਕਾਰ ਪਰਿਕਰਮਾ ਕਰਦਾ ਹੈ। ਅੰਡਾਕਾਰ ਸੂਰਜ ਤੋਂ ਇਸ ਬੁੱਧ ਗ੍ਰਹਿ ਦੀ ਜਿਹੜੀ ਦੂਰੀ ਹੈ ਉਹ ਘੱਟ ਤੋਂ ਘੱਟ 4 ਕਰੋੜ 60 ਕਿਲੋਮੀਟਰ ਦੂਰੀ ਹੈ, ਤੇ ਵੱਧ ਤੋਂ ਵੱਧ ਇਹਦੀ 7 ਕਰੋੜ ਕਿਲੋਮੀਟਰ ਦੇ ਲਗਭਗ ਦੂਰੀ ਹੈ। ਜਿਹੜਾ ਬੁੱਧ ਗ੍ਰਹਿ ਦੇ ਸਤ੍ਹਾ ਤੇ, ਧਰਾਤਲ ਤੇ ਜਿਹੜਾ ਵਾਤਾਵਰਨ ਹੈ ਉਹਦੇ ਵਿੱਚ ਕੀ ਹੈਗਾ? ਬੁੱਧ ਗ੍ਰਹਿ ਤੇ ਆਕਸੀਜਨ ਵੀ ਹੈਗੀ ਹੈ, ਸੋਡੀਅਮ ਵੀ ਹੈ, ਹਾਈਡਰੋਜਨ ਵੀ ਹੈ ਤੇ ਹੀਲੀਅਮ ਵੀ ਹੈ। ਇਹਨਾਂ ਗੈਸਾਂ ਦੇ ਨਾਲ ਇਹ ਬਣਿਆ ਹੋਇਆ ਗ੍ਰਹਿ ਹੈ। ਇਹਦੀ ਸਪੀਡ ਕਿੰਨੀ ਹੈ? ਜੇ ਮੰਨੋ ਸਾਡੀਆਂ ਕਾਰਾਂ ਦੀ ਸਪੀਡ ਕਿਸੇ ਦੀ 80 ਕਿਲੋਮੀਟਰ, ਕਿਸੇ ਦੀ 100, ਕਿਸੇ ਦੀ 120, ਕਿਸੇ ਦੀ 200 ਕਿਲੋਮੀਟਰ ਰਫ਼ਤਾਰ ਕਾਰ ਦੀ, ਪਰ ਬੁੱਧ ਗ੍ਰਹਿ ਦੀ ਜਿਹੜੀ ਸਪੀਡ ਹੈ ਨਾ ਉਹ 100-200 ਕਿਲੋਮੀਟਰ ਨਹੀਂ ਹੈ, ਉਹ ਪ੍ਰਤੀ ਘੰਟਾ 1,80,000 ਕਿਲੋਮੀਟਰ ਹੈ। ਜਿਵੇਂ ਅਸੀਂ ਆਪਣੀਆਂ ਕਾਰਾਂ ਸੜਕ ਤੇ ਦੌੜਾਉਂਦੇ ਹਾਂ ਵੀ 200 ਕਿਲੋਮੀਟਰ ਦੀ ਸਪੀਡ ਬੜੀ ਅਸੀਂ ਮੰਨਦੇ ਹਾਂ, ਟ੍ਰੇਨਾਂ ਦੀ ਸਪੀਡ 200 ਬੜੀ ਅਸੀਂ ਮੰਨਦੇ ਹਾਂ, ਪਰ ਬੁੱਧ ਗ੍ਰਹਿ ਦੀ ਸਪੀਡ ਜਿਹੜੀ ਹੈ ਉਹ 1,80,000 ਕਿਲੋਮੀਟਰ 1 ਘੰਟੇ ਦੀ ਸਪੀਡ ਹੈ, ਜਿਹੜਾ ਸੂਰਜ ਦੇ ਦੁਆਲੇ ਉਹ ਚੱਕਰ ਕੱਟਦਾ ਵਾ ਹੈਗਾ। ਕਿਉਂਕਿ ਦੂਰ ਹੈ ਇਸ ਕਰਕੇ ਸੁਭਾਵਕ ਇਹਦਾ ਸਾਲ ਵੱਡਾ ਹੀ ਹੋਏਗਾ ਨਾ। ਇਹਦਾ ਟੈਂਪਰੇਚਰ ਵੀ ਬਦਲਦਾ ਰਹਿੰਦਾ ਵਾ ਕਿਉਂਕਿ ਅੰਡਾਕਾਰ ਘੁੰਮਦਾ ਵਾ। ਅੰਡਾਕਾਰ ਦੇ ਵਿੱਚ ਜਦੋਂ ਸੂਰਜ ਦੇ ਨੇੜੇ ਹੁੰਦਾ ਹੈ ਉਦੋਂ ਇਹਦਾ ਟੈਂਪਰੇਚਰ ਜ਼ਿਆਦਾ ਹੁੰਦਾ, ਜਦੋਂ ਦੂਰ ਹੁੰਦਾ ਘੱਟ ਜਾਂਦਾ। ਇਹਦਾ ਟੈਂਪਰੇਚਰ ਬਦਲਦਾ ਰਹਿੰਦਾ ਵਾ। ਔਰ ਦਿਨ ਰਾਤ ਜਦੋਂ ਬਣਦੇ ਨੇ, ਜਦੋਂ ਆਪਣੇ ਧੁਰੇ ਦੁਆਲੇ ਘੁੰਮਦਾ ਵਾ ਉਦੋਂ ਦਿਨ ਰਾਤ ਬਣਦੇ ਨੇ, ਉਦੋਂ ਵੀ ਇਹਦਾ ਟੈਂਪਰੇਚਰ ਘਟਦਾ ਵੱਧਦਾ ਹੈ। ਦਿਨ ਦੇ ਟਾਈਮ ਇਹਦਾ ਟੈਂਪਰੇਚਰ ਜਿਹੜਾ ਹੈ 450 ਡਿਗਰੀ ਸੈਲਸੀਅਸ ਹੈ, ਤੇ ਰਾਤ ਨੂੰ ਇਹਦਾ ਟੈਂਪਰੇਚਰ ਡਿੱਗ ਜਾਂਦਾ ਹੈ -176 ਡਿਗਰੀ ਸੈਲਸੀਅਸ ਚਲੇ ਜਾਂਦਾ ਹੈ।
ਇਤਿਹਾਸ ਦੇ ਵਿੱਚ ਇਹਦਾ ਨਾਮ ਲਗਭਗ 5000 ਸਾਲ ਪਹਿਲਾਂ ਆਇਆ। ਸੁਮੇਰੀਅਨ ਸਭਿਅਤਾ ਦੇ ਲੋਕਾਂ ਨੇ ਇਹ ਸਭ ਤੋਂ ਪਹਿਲਾਂ ਇਹਦਾ ਨਾਮ ਲਿਆ ਸੀ। ਔਰ ਇਸ ਗ੍ਰਹਿ ਨੂੰ ਕਿਹੜੇ ਇਨਸਾਨ ਨੇ ਸਭ ਤੋਂ ਪਹਿਲਾਂ ਦੇਖਿਆ? ਬੁੱਧ ਗ੍ਰਹਿ ਨੂੰ ਸਭ ਤੋਂ ਪਹਿਲਾਂ ਦੇਖਣ ਵਾਲਾ ਇਨਸਾਨ ਸੀ ਗੈਲੀਲੀਓ। ਉਹਨੇ ਟੈਲੀਸਕੋਪ ਦੇ ਨਾਲ ਇਹਨੂੰ ਦੇਖਿਆ ਸੀ। ਤੇ ਜਿਨ੍ਹਾਂ ਦਾ ਭਾਰ ਜ਼ਿਆਦਾ ਉਹਨਾਂ ਲਈ ਖੁਸ਼ਖਬਰੀ ਹੈ। ਮੋਟੇ ਆਦਮੀ ਆਪਣੇ ਮੋਟਾਪੇ ਤੋਂ ਪਰੇਸ਼ਾਨ ਨਾ ਹੋਣ ਵੀ ਅਸੀਂ ਮੋਟੇ ਬਹੁਤ ਆ, ਨਹੀਂ, ਉਹ ਬਿਲਕੁਲ ਠੀਕ ਨੇ। ਉਹ ਸਿਰਫ ਗਲਤ ਗ੍ਰਹਿ ਦੇ ਉੱਪਰ ਆ ਗਏ ਨੇ। ਜਿਨ੍ਹਾਂ ਦਾ ਧਰਤੀ ਤੇ ਭਾਰ 100 ਕਿਲੋ ਹੈ ਨਾ, ਬੁੱਧ ਗ੍ਰਹਿ ਦੇ ਉੱਪਰ ਉਹਨਾਂ ਦਾ ਭਾਰ ਸਿਰਫ 38 ਕਿਲੋ ਹੈ, ਕਿਉਂਕਿ ਉਹਦੀ ਮੈਗਨੈਟਿਕ ਫੋਰਸ ਜਿਹੜੀ ਹੈ ਉਹ ਘੱਟ ਹੈ। ਇਸ ਕਰਕੇ ਉਹਦੀ ਗ੍ਰੈਵਿਟੀ ਵੀ ਘੱਟ ਹੈ। ਜਿਹਦਾ ਭਾਰ ਇਸ ਧਰਤੀ ਤੇ 100 ਕਿਲੋ ਹੈ, ਉਹਦਾ ਬੁੱਧ ਗ੍ਰਹਿ ਦੇ ਉੱਪਰ ਭਾਰ ਸਿਰਫ 38 ਕਿਲੋ ਹੈ। ਜ਼ਿਆਦਾ ਭਾਰ ਵਾਲੇ ਉਹ ਗਲਤ ਗ੍ਰਹਿ ਤੇ ਆ ਗਏ ਨੇ, ਉੱਥੇ ਚੱਲ ਜਾਣਗੇ, ਭਾਰ ਉਹਨਾਂ ਦਾ ਘੱਟ ਹੋ ਜਾਏਗਾ। ਹੁਣ ਬੁੱਧਵਾਰ ਨੂੰ ਕੀ ਕੀਤਾ ਜਾਏ? ਜਿਵੇਂ ਕਿਹਾ ਜਾਂਦਾ ਹੈ ਬੁੱਧਵਾਰ ਨੂੰ ਵਰਤ ਰੱਖੇ ਜਾਣ, ਬੁੱਧਵਾਰ ਨੂੰ ਹਰੇ ਕੱਪੜੇ 'ਚ ਹਰੀ ਮੂੰਗੀ ਦਾਲ ਉਹ ਦਿੱਤੀ ਜਾਏ, ਜਾਂ ਹਰੀਆਂ ਚੀਜ਼ਾਂ ਭੇਟਾ ਕੀਤੀਆਂ ਜਾਣ, ਜਾਂ ਬੁੱਧਵਾਰ ਨੂੰ ਆ ਕਰਮ ਕਾਂਡ ਕੀਤੇ ਜਾਣ। ਬੁੱਧਵਾਰ ਨੂੰ ਕੀ ਕਰੀਏ ਵੀ ਸਾਡਾ ਬੁੱਧਵਾਰ ਸਫਲ ਹੋ ਜਾਏ? ਗੁਰੂ ਜੀ ਸਾਨੂੰ ਕੀ ਕਹਿ ਰਹੇ ਨੇ? ਭਗਤ ਕਬੀਰ ਜੀ ਸਾਨੂੰ ਕੀ ਕਹਿ ਰਹੇ ਨੇ? ਭਗਤ ਕਬੀਰ ਜੀ ਕੀ ਕਹਿ ਰਹੇ ਨੇ? ਸਾਨੂੰ ਕੀ ਕਰਨ ਦੀ ਲੋੜ ਹੈ ਬੁੱਧਵਾਰ ਨੂੰ? ਜੰਤਰ ਮੰਤਰ ਤੰਤਰ ਵਰਤ ਕਰਮਕਾਂਡ ਇਹ ਕਰਨੇ ਨਹੀਂ, ਮਤਲਬ ਇਹਨਾਂ ਤੇ ਕਰਨ ਦੀ ਲੋੜ ਨਹੀਂ ਹੈ। ਇਹਦੇ ਨਾਲ ਸੁੱਖ ਸ਼ਾਂਤੀ ਨਹੀਂ ਮਿਲੇਗੀ। ਆਹ ਚੀਜ਼ਾਂ ਨਹੀਂ ਕਰਨੀਆਂ। ਤੇ ਜਿਹੜੀਆਂ ਚੀਜ਼ਾਂ ਕਰਨੀਆਂ ਨੇ ਉਹ 4 ਕੰਮ ਕਰਨੇ ਨੇ ਬੁੱਧਵਾਰ ਨੂੰ। ਸਾਡੀ ਜ਼ਿੰਦਗੀ 'ਚ ਸੁੱਖ ਆ ਜਾਏਗਾ, ਸ਼ਾਂਤੀ ਆ ਜਾਏਗੀ, ਆਨੰਦ, ਖੁਸ਼ੀ ਤੇ ਖੇੜਾ, ਪ੍ਰਸੰਨਤਾ ਆ ਜਾਏਗੀ। ਉਹ ਕਿਹੜੇ 4 ਕੰਮ ਨੇ? ਪਹਿਲਾ ਕੰਮ, ਬੁੱਧਵਾਰ ਬੁੱਧ ਕਰੈ ਪ੍ਰਗਾਸ। ਸਭ ਤੋਂ ਪਹਿਲਾਂ ਤੇ ਬੁੱਧਵਾਰ ਨੂੰ ਆਪਣੀ ਬੁੱਧੀ ਦਾ ਪ੍ਰਕਾਸ਼ ਕਰੇ, ਗਿਆਨ ਦੀ ਸਹੀ ਵਰਤੋਂ ਕਰੇ, ਸੋਚ ਸਮਝ ਕੇ ਫੈਸਲੇ ਲਵੇ। ਤੇ ਕਿਹੜਾ ਫੈਸਲਾ ਸਹੀ ਹੋਏਗਾ? ਜ਼ਿੰਦਗੀ ਦਾ ਉਹ ਫੈਸਲਾ ਬਿਲਕੁਲ ਸਹੀ ਹੋਏਗਾ ਜਿਹੜਾ ਸੱਚ ਨੂੰ ਆਧਾਰ ਬਣਾ ਕੇ ਕੀਤਾ ਜਾਏਗਾ। ਜ਼ਿੰਦਗੀ ਦਾ ਉਹ ਫੈਸਲਾ ਸਹੀ ਹੋਏਗਾ ਜਿਹੜਾ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਕੀਤਾ ਜਾਏਗਾ। ਯੂਨੀਵਰਸਲ ਟਰੁੱਥ ਜਿਹੜਾ ਹੈ, ਜਿਹੜੀ ਕੁਦਰਤ ਦੀ ਨਿਯਮਾਵਲੀ ਨੂੰ ਬੇਸ ਬਣਾ ਕੇ ਫੈਸਲਾ ਲਏਗਾ, ਉਹਦਾ ਫੈਸਲਾ ਸਹੀ ਹੋਏਗਾ। ਉਹਦੇ ਲਈ ਗਿਆਨ ਦੀ ਵਰਤੋਂ ਕਰਨੀ ਪਏਗੀ। ਭਗਤ ਕਬੀਰ ਜੀ ਕਹਿਣ ਲੱਗੇ ਵੀ ਬੁੱਧੀ ਦੀ ਵਰਤੋਂ ਕਰ। ਇਹਦੇ ਤੋਂ ਪਹਿਲਾਂ ਪੁਜਾਰੀ ਤੈਨੂੰ ਗੁੰਮਰਾਹ ਕਰੇ, ਤੈਨੂੰ ਕਰਮ ਕਾਂਡਾਂ 'ਚ ਫਸਾ ਦੇਵੇ, ਤੇਰੇ ਤੋਂ ਦਾਨ ਲੈ ਕੇ ਮੋਟੀ ਰਕਮ ਵਸੂਲਦਾ ਫਿਰੇ, ਇਸ ਤੋਂ ਪਹਿਲਾਂ ਕਿ ਤੈਨੂੰ ਲੁੱਟੇ, ਆਪਣਾ ਦਿਮਾਗ ਵਰਤ, ਤੂੰ ਆਪਣੀ ਬੁੱਧੀ ਨੂੰ ਵਰਤ ਲਿਆ ਕਰ ਵੀ ਕੀ ਹੋ ਰਿਹਾ ਹੈ। ਮੈਂ ਜ਼ਿੰਦਗੀ ਨੂੰ ਸੁਖੀ ਤੇ ਸ਼ਾਂਤ ਬਣਾਉਣਾ, ਮੈਂ ਕੀ ਕਰਾਂ? ਮੈਂ ਬੁੱਧੀ ਦੀ ਵਰਤੋਂ ਕਰਾਂ, ਗਿਆਨ ਦੀ ਸਹੀ ਵਰਤੋਂ ਕਰਾਂ, ਸੱਚ ਨੂੰ ਆਧਾਰ ਬਣਾ ਕੇ ਮੈਂ ਜ਼ਿੰਦਗੀ 'ਚ ਫੈਸਲੇ ਲਵਾਂ। ਉਹ ਫੈਸਲੇ ਮੇਰਾ ਨੁਕਸਾਨ ਨਹੀਂ ਕਰਨਗੇ। ਉਹ ਫੈਸਲੇ ਮੇਰੇ ਬਿਜ਼ਨਸ ਨੂੰ ਚਲਾਉਣਗੇ, ਮੈਨੂੰ ਗਰੀਬ ਨਹੀਂ ਕਰਨਗੇ। ਉਹ ਫੈਸਲੇ ਮੇਰੇ ਸਰੀਰ ਨੂੰ ਤੰਦਰੁਸਤ ਰੱਖਣਗੇ, ਮੈਂ ਬਿਮਾਰ ਨਹੀਂ ਹੋਵਾਂਗਾ, ਚੰਗਾ ਭੋਜਨ, ਹੈਲਦੀ ਫੂਡ ਖਾਵਾਂਗਾ, ਤੰਦਰੁਸਤ ਰਵਾਂਗਾ। ਮੈਂ ਜੇ ਦੂਰ ਦ੍ਰਿਸ਼ਟਾ ਹੋ ਕੇ ਆਪਣੇ ਬਿਜ਼ਨਸ ਨੂੰ ਚਲਾਵਾਂਗਾ, ਮੇਰਾ ਬਿਜ਼ਨਸ ਵਧੇਗਾ। ਫਿਰ ਮੈਨੂੰ ਕਿਸੇ ਬੁੱਧ ਗ੍ਰਹਿ ਦੇ ਚੱਕਰ 'ਚ ਨਹੀਂ ਪੈਣਾ ਪਏਗਾ। ਜੇ ਮੈਂ ਤੰਦਰੁਸਤੀ ਚਾਹੁੰਦਾ ਵਾਂ, ਕੰਮ ਕਾਰ ਵਧੀਆ ਚਾਹੁੰਦਾ, ਜੇ ਮੈਂ ਚਾਹੁੰਦਾ ਸੁੱਖ ਸ਼ਾਂਤੀ ਮੇਰੀ ਜ਼ਿੰਦਗੀ 'ਚ ਆਵੇ, ਫਿਰ ਮੈਨੂੰ ਗਿਆਨ ਦੀ ਵਰਤੋਂ ਕਰਨੀ ਪਏਗੀ, ਬੁੱਧੀ ਵਰਤਣੀ ਪਏਗੀ। ਇਸ ਕਰਕੇ ਭਗਤ ਕਬੀਰ ਜੀ ਨੇ ਇਹ ਪਹਿਲਾ ਉਪਦੇਸ਼ ਦਿੱਤਾ ਵੀ 4 ਕੰਮ ਕਰਿਓ। ਪਹਿਲਾ ਕੰਮ ਇਹ ਕਰਿਓ, ਬੁੱਧ ਕਰੈ ਪ੍ਰਗਾਸ। ਬੁੱਧ ਮੈਨੇ ਬੁੱਧੀ, ਆ ਜਿਹੜੀ ਬੁੱਧੀ ਹੈ ਨਾ, ਇਹਦੇ 'ਚ ਪ੍ਰਕਾਸ਼ ਪੈਦਾ ਕਰਨਾ ਹੈ। ਪ੍ਰਕਾਸ਼ ਸੱਚ ਦਾ, ਗਿਆਨ ਦਾ, ਪ੍ਰਭੂ ਦੇ ਨਾਮ ਦਾ। ਪ੍ਰਭੂ ਦਾ ਨਾਮ ਤੇ ਸੱਚ ਹੀ ਹੈ ਨਾ, ਇਹਦਾ ਮਤਲਬ ਸੱਚ ਦਾ ਪ੍ਰਕਾਸ਼ ਕਰਨਾ ਹੈ। ਸੱਚ ਨੂੰ ਬੇਸ ਬਣਾ ਕੇ ਫੈਸਲੇ ਲੈਣੇ ਨੇ। ਬੁੱਧੀ ਦੀ ਵਰਤੋਂ ਕਰਨੀ ਹੈ। ਬੁੱਧਵਾਰ ਦਾ ਮਤਲਬ ਹੀ ਬੁੱਧੀ ਦੀ ਵਰਤੋਂ ਕਰਨੀ। ਬੁੱਧ ਕਰੇ ਪ੍ਰਕਾਸ਼, ਬੁੱਧੀ ਵਿੱਚ ਪ੍ਰਕਾਸ਼ ਆ ਜਾਏ, ਬੁੱਧੀ ਰੋਸ਼ਨ ਹੋ ਜਾਏ, ਦਿਮਾਗ ਰੋਸ਼ਨ ਹੋ ਜਾਏ। ਜਿਹੜਾ ਧਰਮ ਦੀ ਦੁਨੀਆ 'ਚ ਅਸੀਂ ਬੰਦ ਕਰ ਦਿੰਦੇ ਹਾਂ, ਅੱਗੇ ਪਿੱਛੇ ਖੁੱਲਾ ਹੁੰਦਾ ਹੈ। ਕੋਈ ਚੀਜ਼ ਮਾਰਕੀਟ 'ਚ ਲੈ ਕੇ ਖਾਣੀ ਹੈ, ਜਾਨਣਾ ਚਾਹੁੰਦੇ ਹਾਂ ਇਹਦੇ 'ਚ ਕਿੰਨੀ ਫੈਟ ਹੈ, ਇਹਦੇ 'ਚ ਕਿੰਨੀ ਸ਼ੂਗਰ ਹੈ, ਇਹਦੇ 'ਚ ਕਿੰਨਾ ਸਾਲਟ ਹੈ, ਇਹਦੇ 'ਚ ਕਿਹੜੇ ਵਿਟਾਮਿਨਸ ਨੇ, ਇਹਦੇ 'ਚ ਕਿੰਨੀ ਕਾਰਬੋਹਾਈਡਰੇਟਸ ਹੈ, ਇਹਦੇ 'ਚ ਕਿੰਨਾ ਕੈਲਸ਼ੀਅਮ ਹੈ, ਅਸੀਂ ਜਾਣਨਾ ਚਾਹੁੰਦੇ ਹਾਂ। ਐਵੇਂ ਦੀ ਕੋਈ ਚੀਜ਼ ਲੈ ਕੇ ਖਾ ਲੈਂਦੇ। ਕੱਪੜੇ ਪਾਣੇ ਨੇ, ਜਾਣਨਾ ਚਾਹੁੰਦੇ ਹਾਂ ਇਸ ਕੱਪੜੇ ਵਿੱਚ ਕਿੰਨੇ % ਕਾਟਨ ਹੈ, ਕਿੰਨੇ % ਪੋਲਿਸਟਰ ਹੈ, ਕਿੰਨੇ % ਨਾਈਲੋਨ ਹੈ, ਐਵੇਂ ਨਹੀਂ ਚੁੱਕ ਕੇ ਪਾ ਲੈਂਦੇ।
ਕੋਈ ਚੀਜ਼ ਲੈਣੀ ਅਸੀਂ ਜਾਣਨਾ ਚਾਹੁੰਦੇ ਹਾਂ, ਇਸ ਫੋਨ ਵਿੱਚ ਕਿਹੜੇ ਫੀਚਰਸ ਨੇ, ਇਸ ਕੰਪਿਊਟਰ ਦੇ ਵਿੱਚ, ਇਸ ਲੈਪਟਾਪ ਦੇ ਵਿੱਚ ਕਿਹੜੇ ਫੰਕਸ਼ਨ ਨੇ, ਐਵੇਂ ਨਹੀਂ ਖਰੀਦ ਕੇ ਲੈ ਆਉਂਦੇ। ਮਾੜਾ ਮੋਟਾ ਆਟੇ ਦਾ ਥੈਲਾ ਹੀ ਲੈਣਾ ਹੁੰਦਾ ਹੈ, ਆਟੇ ਦਾ ਬੈਗ ਲੈਣ ਲੱਗਿਆ ਅਸੀਂ 1000 ਵਾਰ ਸੋਚਦੇ ਹਾਂ ਕਿ ਆ ਜਿਹੜੀ ਨਾਲ ਦੀ ਦੁਕਾਨ ਉਹ 10 ਰੁਪਏ ਸਸਤਾ ਦਿੰਦਾ, ਉੱਥੋਂ ਜਾ ਕੇ ਲਵਾਂਗੇ। ਇੱਧਰ ਵਾਲਾ ਆਸ਼ੀਰਵਾਦ ਦਾ ਆਟਾ ਜਿਹੜਾ ਉਹ ਮਹਿੰਗਾ ਦਿੰਦਾ ਹੈ, ਉਧਰੋਂ ਆਸ਼ੀਰਵਾਦ ਸਸਤਾ ਮਿਲਦਾ ਹੈ। ਜਿੱਥੋਂ ਸਸਤਾ ਆਸ਼ੀਰਵਾਦ ਮਿਲੇ ਲੋਕੀ ਉਸੇ ਬਾਬੇ ਕੋਲ ਜਾਣਗੇ ਨਾ, ਉਸੇ ਦੁਕਾਨ ਤੇ ਜਾਣਗੇ ਵੀ ਇੱਥੋਂ ਆਸ਼ੀਰਵਾਦ ਆਟਾ ਸਸਤਾ ਮਿਲਦਾ ਹੈ। ਆਟੇ ਦਾ ਬੈਗ ਵੀ ਲੈਣਾ ਤਾਂ ਵੀ ਅਸੀਂ ਬੁੱਧੀ ਤੋਂ ਕੰਮ ਲੈਂਦੇ ਹਾਂ, ਜਿੱਥੋਂ ਸਸਤਾ ਮਿਲਣਾ ਉਹਦੇ ਕੋਲ ਜਾਣਾ ਹੈ। ਪਰ ਜਦੋਂ ਧਰਮ ਦਾ ਮਸਲਾ ਹੁੰਦਾ ਹੈ ਨਾ, ਧਰਮ ਦੇ ਮਸਲੇ ਦੇ ਵਿੱਚ ਅਸੀਂ ਰੋਜ਼ ਜਪਜੀ ਸਾਹਿਬ ਪੜ੍ਹੀ ਜਾਂਦੇ ਹਾਂ, ਪਰ ਜਾਣਨਾ ਨਹੀਂ ਚਾਹੁੰਦੇ ਇਹਦੇ ਚ ਹੈ ਕੀ ਹੈ, ਉਹ ਨਹੀਂ ਸੀ ਜਾਣਨਾ ਚਾਹੁੰਦੇ। 40 ਸਾਲਾਂ ਤੋਂ ਲੋਕ ਪਾਠ ਕਰ ਰਹੇ ਨੇ। ਮੈਂ ਪੁੱਛ ਲੈਣਾ ਵਾ ਕਿ 40 ਸਾਲ ਤੋਂ ਤੁਸੀਂ ਜਪਜੀ ਸਾਹਿਬ ਦਾ ਪਾਠ ਕੀਤਾ, ਸਵਸਥ ਆਥ ਬਾਣੀ ਬਰਮਾਓ, ਸਵਸਥ ਦਾ ਕੀ ਅਰਥ ਹੈ, ਆਥ ਦਾ ਕੀ ਅਰਥ ਹੈ? ਬਾਣੀ ਬਰਮਾਓ ਇਕੱਠਾ ਪੜ੍ਹਨਾ ਕਿ ਅਲੱਗ-ਅਲੱਗ ਪੜ੍ਹਨਾ ਹੈ? ਕੇਤੀ ਦਾਤ ਜਾਣੇ ਕੌਣ ਕੂਤ, ਇੱਥੇ ਕੂਤ ਦਾ ਕੀ ਅਰਥ ਹੈ? ਭੁਗਤ ਗਿਆਨ ਦਿਆ ਭੰਡਾਰਨ, ਇੱਥੇ ਭੁਗਤ ਕਿਹਨੂੰ ਕਹਿੰਦੇ ਨੇ? ਪੜ੍ਹਿਆ ਤੇ 40 ਸਾਲ ਤੋਂ ਹੈ, ਸਮਝ ਇੱਕ ਦੀ ਵੀ ਨਹੀਂ ਆਈ। ਬੁੱਧੀ ਦੀ ਵਰਤੋਂ ਧਰਮ ਦੀ ਦੁਨੀਆ 'ਚ ਅਸੀਂ ਬੰਦ ਕਰ ਦਿੰਦੇ ਹਾਂ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਉਪਦੇਸ਼ ਦਿੱਤਾ ਸੀ, ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ। ਮੁੰਦੇ ਮੈਨੇ ਇਹ ਨੌਜਵਾਨ ਔਰਤ, ਹਰਨਾਖੀਏ ਮੈਨੇ ਹਿਰਨ ਦੀਆਂ ਅੱਖਾਂ ਵਾਲੀਏ, ਜਿਹਨੂੰ ਮਿਰਗ ਨੈਣੀ ਵੀ ਕਿਹਾ ਜਾਂਦਾ ਹੈ, ਮਿਰਗ ਦੀਆਂ ਨੈਣਾਂ ਵਾਲੀ। ਹਰਨਾਖੀ ਮੈਨੇ ਹਿਰਨ ਦੀਆਂ ਅੱਖਾਂ ਵਾਲੀ। ਕਿਉਂ ਕਿਹਾ ਇੱਥੇ ਹਰਨਾਖੀ? ਕਿਉਂਕਿ ਹਿਰਨ ਨੂੰ ਆਪਣੀ ਅੱਖਾਂ ਤੇ ਬੜਾ ਮਾਣ ਹੁੰਦਾ ਹੈ, ਉਹਦੀਆਂ ਅੱਖਾਂ ਬੜੀਆਂ ਸੋਹਣੀਆਂ ਨੇ, ਉਹ ਅੱਖਾਂ ਤੇ ਹੰਕਾਰ ਕਰਦਾ ਹੈ ਹਿਰਨ। ਹਾਲਾਂਕਿ ਉਹੀ ਅੱਖਾਂ ਨੂੰ ਮੌਤ ਦੇ ਮੂੰਹ 'ਚ ਪਾ ਦਿੰਦੀਆਂ ਨੇ। ਜਦੋਂ ਹਿਰਨ ਤਪਦੇ ਰੇਗਿਸਤਾਨ ਤੇ ਜਾਂਦਾ ਹੈ, ਉਹਨੂੰ ਰੇਤ ਚਮਕਦੀ ਨਜ਼ਰ ਆਉਂਦੀ ਤੇ ਏਦਾਂ ਲੱਗਦਾ ਜਿਵੇਂ ਪਾਣੀ ਦਾ ਸਰੋਵਰ ਹੋਵੇ। ਉਹ ਸੋਚਦਾ ਆ ਰਿਹਾ ਪਾਣੀ, ਮੈਂ ਹੁਣੇ ਪੀ ਕੇ ਪਿਆਸ ਬੁਝਾ ਲੈਣੀ ਹੈ। ਹਿਰਨ ਤੁਰਿਆ ਜਾਂਦਾ ਹੈ, ਰੇਤ ਦੀ ਚਮਕ ਅੱਗੇ ਵਧੀ ਚਲੀ ਜਾਂਦੀ ਹੈ। ਸਰੋਵਰ ਤੱਕ ਕਿਵੇਂ ਪਹੁੰਚੇ? ਜਿਵੇਂ ਜਿਵੇਂ ਹਿਰਨ ਤੁਰਿਆ ਉਵੇਂ ਚਮਕ रेत ਦੀ ਅੱਗੇ ਵਧਦੀ चली गई। मैं भी सफर में हूं, मेरी मंजिल भी सफर में है। मैं भी सफर कर रहा, मेरी मंजिल भी नाल ਅੱਗੇ ਪਹੁੰਚ ਗਈ। ਜਿੱਥੇ ਜਾਣਾ ਹੈ ਮੰਜ਼ਿਲ ਉਸ ਤੋਂ ਅੱਗੇ ਚਲੀ ਗਈ। ਮੰਜ਼ਿਲ ਆਉਂਦੀ ਨਹੀਂ। ਹਿਰਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਪਦੇ ਰੇਗਿਸਤਾਨ ਦੀ ਰੇਤ 'ਚ ਭਟਕਦਿਆਂ ਦਮ ਤੋੜ ਜਾਂਦਾ ਹੈ। ਉਹਨੂੰ ਪਾਣੀ ਦਾ ਸਰੋਵਰ ਕਦੀ ਨਹੀਂ ਮਿਲਦਾ। ਇਹ ਹਰਨਾਖੀਏ ਜਿਨ੍ਹਾਂ ਅੱਖਾਂ ਤੇ ਮਾਣ ਕਰਦੀ ਬੜੀਆਂ ਸੋਹਣੀਆਂ ਨੇ, ਇਹਨਾਂ ਨੇ ਤੈਨੂੰ ਮੰਜ਼ਿਲ ਨਹੀਂ ਦਿਵਾਣੀ। ਤੂੰ ਸੋਚਦੀ ਹੈ ਮਾਇਆ ਸੁੱਖ ਦੇਗੀ, ਤੂੰ ਸੋਚਦੀ ਹੈ ਇਹ ਜੀਵ ਇਸਤਰੀ ਕਿ ਕਾਰ ਕੋਠੀ ਸੁੱਖ ਦੇ ਦੇਣਗੇ, ਤੂੰ ਸੋਚਦੀ ਹੈ ਜ਼ਮੀਨਾਂ ਤੋਂ ਸੁੱਖ ਮਿਲ ਜਾਏਗਾ। ਇਹ ਅੱਖਾਂ ਧੋਖਾ ਦੇ ਰਹੀਆਂ ਨੇ। ਸੁੱਖ ਗੁਣਾਂ ਦੇ ਵਿੱਚ ਮਿਲਦਾ ਹੈ, ਸੱਚ ਵਿੱਚ ਮਿਲਦਾ ਹੈ, ਚੀਜ਼ਾਂ ਵਿੱਚ ਨਹੀਂ ਹੁੰਦਾ। ਮਾਇਆ ਸਹੂਲਤਾਂ ਦੇ ਸਕਦੀ ਹੈ, ਸੁੱਖ ਨਹੀਂ। ਸੁੱਖ ਮਿਲਣਾ ਹੈ ਰੱਬੀ ਗੁਣਾਂ ਦੇ ਵਿੱਚ। ਇਸ ਕਰਕੇ ਸੁਣ ਮੁੰਦੇ ਹਰਨਾਖੀਏ, ਜਿਨ੍ਹਾਂ ਹਿਰਨ ਦੀਆਂ ਅੱਖਾਂ ਦੇ ਉੱਪਰ ਹਿਰਨ ਨੇ ਮਾਣ ਕੀਤਾ, ਉਹਨਾਂ ਅੱਖਾਂ ਨੇ ਹਿਰਨ ਨੂੰ ਮੌਤ ਦੇ ਮੂੰਹ 'ਚ ਪਵਾ ਦਿੱਤਾ। ਜੈਸੇ ਮ੍ਰਿਗ ਤ੍ਰਿਸ਼ਨਾ ਲੋ ਧਾਵੈ ਮ੍ਰਿਗ ਤ੍ਰਿਖਾਵੰਤ, ਆਵਤ ਨਾ ਸ਼ਾਂਤ ਭ੍ਰਮ ਭ੍ਰਮਤ ਹਿਰਾਨੂ ਹੈ। तैसे सुपनंतर दिसंतर बिहाई गई, पहुंच ना सकियो तहां जहां मोहे जानो है। मंजिल तक पहुंच ही नहीं सकिया, मंजिल अगे तुर गई। ਇਹ ਸੁੱਖ ਜਿਹੜਾ ਹੈ ਇਹਦੇ ਨਾਲ ਨਹੀਂ ਮਿਲਣਾ। ਇਸ ਕਰਕੇ ਹਿਰਨ ਜਿਨ੍ਹਾਂ ਅੱਖਾਂ ਤੇ ਮਾਣ ਕਰਦੇ, ਅੱਖਾਂ ਮੌਤ ਦੇ ਮੂੰਹ 'ਚ ਪਾ ਦਿੰਦੀਆਂ ਨੇ। ਜਿਹੜੀਆਂ ਪਾਣੀ ਦੇ ਪਰਛਾਵੇਂ 'ਚ ਆਪਣੀਆਂ ਲੱਤਾਂ ਦੇਖ ਕੇ ਭੱਦੀਆਂ ਸਮਝਦਾ, ਲੱਤਾਂ ਤੇ ਬੜੀਆਂ ਭੱਦੀਆਂ ਨੇ, ਉਹੀ ਲੱਤਾਂ ਇਹਨੂੰ ਭੱਜ ਕੇ ਸ਼ਿਕਾਰੀ ਕੁੱਤਿਆਂ ਤੋਂ ਬਚਾਉਂਦੀਆਂ ਨੇ। ਜਿਹੜੇ ਸਿੰਘਾਂ ਦੇ ਉੱਪਰ ਮਾਣ ਕਰਦਾ ਹੈ, 12 ਸਿੰਘਾਂ, ਉਹੀ ਸਿੰਘ ਜਦੋਂ ਝਾੜੀਆਂ 'ਚ ਫਸ ਜਾਂਦੇ, ਇਹਨੂੰ ਮੌਤ ਦੇ ਮੂੰਹ 'ਚ ਪਾ ਦਿੰਦੇ ਨੇ। ਸਾਰਾ ਕੁਝ ਉਲਟ ਪੁਲਟ ਹੋ ਜਾਂਦਾ ਹੈ। ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿਸੇ ਕੰਮ ਦੇ ਨਹੀਂ, ਕਈ ਵਾਰੀ ਉਹ ਸਾਥ ਦੇ ਦਿੰਦੇ ਨੇ ਸਾਡਾ, ਤੇ ਜਿਨ੍ਹਾਂ ਨਾਲ ਅਸੀਂ ਬੜੀ ਸਾਂਝ ਪਾਉਂਦੇ ਹਾਂ ਵੀ ਬੜੇ ਕੰਮ ਦੇ ਬੰਦੇ ਨੇ, ਮੌਕਾ ਆਉਣ ਤੇ ਮੁੱਕਰ ਜਾਂਦੇ ਨੇ। ਇਹ ਵੀ ਥੋੜਾ ਸੋਚਣਾ ਪਏਗਾ। ਭਗਤ ਕਬੀਰ ਜੀ ਆਖਦੇ ਨੇ ਕਿ ਬੁੱਧੀ ਦਾ ਪ੍ਰਕਾਸ਼ ਕਰਿਓ। ਉਹ ਕਿਵੇਂ ਕਰੀਏ? ਹੁਣ ਦੋ ਤਰੀਕੇ ਨੇ। ਇੱਕ ਤਰੀਕਾ ਹੈ, ਅਸੀਂ ਟੈਲੀਵਿਜ਼ਨ ਦੇ ਉੱਪਰ ਮਸ਼ਹੂਰੀ ਦੇਖੀ, ਕੋਈ ਚੀਜ਼ ਸੀ ਬੜੀ ਚਮਕ ਦਮਕ ਵਾਲੀ, ਬਾਹਰ ਨਿਕਲੇ, ਬਾਹਰ ਹੋਰਡਿੰਗ ਬੋਰਡ ਵੀ ਉਹੀ ਲੱਗਿਆ ਹੋਇਆ ਸੀ। ਥੋੜਾ ਅੱਗੇ ਤੁਰੇ ਤੇ ਲਾਈਟਾਂ ਵੱਧ ਬੁਝ ਹੋ ਰਹੀਆਂ ਸੀ, ਉਸੇ ਪ੍ਰੋਡਕਟ ਦੀ ਮਸ਼ਹੂਰੀ ਹੋ ਰਹੀ ਸੀ। ਸਟੋਰ 'ਚ ਪਹੁੰਚੇ, ਅੱਗੇ ਵੀ ਉਹੀ ਚੀਜ਼ ਪਈ ਸੀ। ਅਸੀਂ ਕਿਹਾ ਵੀ ਬੜੀ ਲੱਗਦਾ ਹੈ, ਬੜੀ ਮਸ਼ਹੂਰ ਹੈ ਚੀਜ਼, ਕੰਮ ਦੀ ਹੋਏਗੀ। ਅਸੀਂ ਉਹ ਚੀਜ਼ ਖਰੀਦ ਲਈ, ਚਮਕ ਦਮਕ ਦੇਖ ਕੇ ਉਹਦੀ। ਘਰੇ ਲਿਆ ਕੇ ਜਦੋਂ ਪਰਖਣ ਲੱਗੇ ਤੇ ਉਹ ਖਰਾਬ ਨਿਕਲੀ, ਉਹ ਕਿਸੇ ਕੰਮ ਦੀ ਨਹੀਂ ਸਾਡੇ। ਹੁਣ ਵਾਪਸ ਵੀ ਨਹੀਂ ਹੋਣੀ, ਪੈਸੇ ਵੀ ਖਰਾਬ ਕੀਤੇ। ਬਾਹਰਲੇ ਦੇਸ਼ਾਂ 'ਚ ਚੀਜ਼ ਵਾਪਸ ਹੋ ਜਾਂਦੀ ਹੈ, ਪਰ ਟਾਈਮ ਕੱਢਣਾ ਪੈਂਦਾ ਹੈ। ਇੱਥੇ ਟਾਈਮ ਦੀ ਜ਼ਿਆਦਾ ਕੀਮਤ ਹੈ ਬਾਹਰਲੇ ਦੇਸ਼ਾਂ 'ਚ। ਬੌਧਰਿਸ਼ਨ ਵੱਖਰੀ, ਤੇ ਇੰਡੀਆ ਵਾਲੇ ਤੇ ਚੀਜ਼ ਵਾਪਸ ਹੀ ਨਹੀਂ ਲੈਂਦੇ। ਖਰੀਦ ਲਈ ਤੁਹਾਡੀ ਹੋਈ, ਹੁਣ ਅਸੀਂ ਵਾਪਸ ਨਹੀਂ ਕਰਨੀ।
ਇੰਡੀਆ 'ਚ ਤਾਂ ਚੀਜ਼ ਵੀ ਵਾਪਸ ਨਹੀਂ ਹੁੰਦੀ, ਬਾਹਰ ਵਾਪਸ ਹੁੰਦੀ, ਪਰ ਕੀਮਤੀ ਟਾਈਮ ਜਿਹੜਾ ਜਾਂਦਾ ਹੈ ਨਾ, ਉਹ ਜ਼ਿਆਦਾ ਨੁਕਸਾਨਦੇਹ ਹੈ। ਬੰਦਾ ਸੋਚਦਾ ਇਸ ਚੀਜ਼ ਨੂੰ ਬਿੰਚ ਸੁੱਟੋ, ਟਾਈਮ ਬਚਾਓ। ਦੂਜਾ ਤਰੀਕਾ ਕੀ ਹੈ? ਦੂਜਾ ਤਰੀਕਾ ਇਹ ਹੈ, ਸਟੋਰ ਵਿੱਚ ਜਾ ਕੇ ਪਹਿਲਾਂ ਚੀਜ਼ ਨੂੰ ਪਰਖੋ, ਸਮਝੋ, ਠੀਕ ਹੈ, ਫਿਰ ਖਰੀਦ ਕੇ ਘਰ ਲੈ ਕੇ ਆਓ, ਫਿਰ ਪਛਤਾਣਾ ਨਹੀਂ ਪਏਗਾ। ਇਸ ਕਰਕੇ ਜਿਹੜੇ ਜ਼ਿਆਦਾ ਫਜ਼ੂਲ ਖਰਚੀ ਕਰਦੇ ਨੇ, ਉਹਨਾਂ ਨੂੰ ਘਰ ਵਿੱਚ ਇੱਕ ਲਿਸਟ ਤਿਆਰ ਕਰ ਲੈਣੀ ਚਾਹੀਦੀ, ਸਾਨੂੰ ਆਹ ਚੀਜ਼ਾਂ ਦੀ ਲੋੜ ਹੈ ਤੇ ਇਹੀ ਚੁੱਕਾਂਗੇ ਅਸੀਂ। ਇਸ ਲਿਸਟ ਤੋਂ ਬਾਹਰਲੀ ਚੀਜ਼ ਕੋਈ ਲੈਣੀ ਹੋਏਗੀ, ਅਗਲੀ ਵਾਰ ਨੋਟ ਕਰਾਂਗੇ ਤੇ ਲੈ ਕੇ ਆਵਾਂਗੇ, ਨਹੀਂ ਤੇ ਨਹੀਂ, ਉੱਥੇ ਖੜੇ ਪੈਰ ਨਹੀਂ। ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਿਆਣ ਕੇ ਤਾਂ ਕੀਚੈ ਵਪਾਰ। ਪਹਿਲਾਂ ਪਰਖ ਕਰ ਲਈ ਵਸਤੂ ਦੀ, ਫਿਰ ਵਪਾਰ ਕਰੀ। ਪਹਿਲਾਂ ਵਸਤ ਸਿਆਣ ਕੇ ਤਾਂ ਕੀਚੈ ਵਪਾਰ, ਦੋਹੀ ਦਿਚੈ ਦੁਰਜਨਾ ਮਿੱਤਰਾਂ ਕੂ ਜੈਕਾਰ। ਜਿਤ ਦੋਹੀ ਸੱਜਣ ਮਿਲਣ ਲੋਹ ਮੁੰਦੇ ਵਿਚਾਰ, ਤਨ ਮਨ ਦੀਜੈ ਸੱਜਣਾ ਐਸਾ ਹਸਨ ਸਾਰ। ਕਿਸਿਓ ਨੇਹ ਨਾ ਕੀਚਈ ਜੇ ਦਿਸੈ ਚੱਲਣ ਹਾਰ, ਨਾਨਕ ਜਿਨੇ ਇਹ ਕਰ ਬੁਝਿਆ ਇਹਨਾਂ ਵਿਟੋਂ ਕੁਰਬਾਨ। ਇਹਨੂੰ ਕਹਿੰਦੇ ਨੇ ਬੁੱਧ ਨੂੰ ਵਰਤਣਾ। ਦੇ ਲੰਮੀ ਨਜ਼ਰ ਨਿਹਾਲੀਐ, ਦੂਰ ਦ੍ਰਿਸ਼ਟਾ ਹੋ ਜਾਣਾ, ਲੰਮੀ ਨਜ਼ਰ ਰੱਖਣੀ, ਵਿਵੇਕ ਬੁੱਧ ਨਾਲ ਫੈਸਲੇ ਲੈਣੇ, ਸੋਚ ਸਮਝ ਕੇ ਪਰਖ ਕੇ ਫੈਸਲੇ ਲੈਣੇ। ਇਹ ਜੀਵ ਜਿਹੜਾ ਪੁਜਾਰੀ ਤੈਨੂੰ ਕਹਿ ਰਿਹਾ ਕਿ ਬੁੱਧ ਦੀ ਤੇਰੇ ਤੇ ਨਜ਼ਰ ਟੇਢੀ ਹੈ ਤਾਂ ਤੂੰ ਗਰੀਬ ਹੈ, ਤਾਂ ਤੈਨੂੰ ਰੋਗ ਲੱਗੇ ਨੇ, ਆਪਣੀ ਬੁੱਧੀ ਦੀ ਵਰਤੋਂ ਕਰ, ਤੂੰ ਕਿੱਥੇ ਗਲਤ ਹੈ, ਉਹਨੂੰ ਠੀਕ ਕਰ ਲੈ। ਬੁੱਧੀ ਨੂੰ ਪ੍ਰਕਾਸ਼ਮਾਨ ਕਰ, ਬੁੱਧੀ ਚ ਰੱਬ ਦੇ ਗੁਣ ਲੈ ਕੇ ਆ, ਬੁੱਧੀ ਚ ਵਿਵੇਕ ਬੁੱਧ ਲੈ ਕੇ ਆ, ਬੁੱਧੀ ਵਿੱਚ ਸੱਚ ਲੈ ਕੇ ਆ, ਸੱਚ ਨੂੰ ਆਧਾਰ ਬਣਾ ਕੇ ਫੈਸਲੇ ਕਰ, ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਫੈਸਲੇ ਕਰ। ਕਿੱਥੇ ਰਹੇਗੀ ਗਰੀਬੀ, ਕਿੱਥੇ ਰਹੇਗੀ ਬਿਮਾਰੀ? ਪਹਿਲਾ ਕੰਮ, ਬੁੱਧਵਾਰ ਬੁੱਧ ਕਰੇ ਪ੍ਰਗਾਸ। 4 ਕੰਮ ਕਰੀ। ਪਿੱਛੇ ਭਗਤ ਜੀ ਦੂਜਾ ਕੰਮ ਕਿਹੜਾ ਕਰੀਏ? ਦੂਜਾ ਕੰਮ ਭਗਤ ਜੀ ਕਹਿਣ ਲੱਗੇ, ਤੇਰੀ ਮਾਨਸਿਕਤਾ ਜਿਹੜੀ ਮੈਂਟੈਲਿਟੀ ਹੈ ਨਾ, ਉਹਦੇ ਚ ਨਫ਼ਰਤ ਨਾ ਹੋਵੇ, ਈਰਖਾ ਨਾ ਹੋਵੇ, ਉਹਦੇ ਚ ਸੱਚ ਹੋਵੇ, ਪ੍ਰੇਮ ਹੋਵੇ, ਨਿਮਰਤਾ ਹੋਵੇ। ਕਿਵੇਂ? ਹਿਰਦੈ ਕਮਲ ਮੈਂ ਹਰ ਕਾ ਬਾਸ। ਜਿਹੜਾ ਤੇਰਾ ਹਿਰਦਾ ਕਮਲ ਹੈ ਨਾ, ਹਿਰਦੇ ਕਮਲ ਦੇ ਵਿੱਚ ਹਰ ਕਾ ਵਾਸ, ਹਰ ਕਾ ਮੈਨੇ ਹਰੀ ਦਾ, ਵਾਸ ਮੈਨੇ ਨਿਵਾਸ। ਜਿਹੜਾ ਰੱਬ ਦਾ ਪਿਆਰਾ ਭਗਤ ਹੈ ਨਾ, ਉਹ ਹਿਰਦੇ ਕਮਲ ਵਿੱਚ ਰੱਬ ਦਾ ਨਿਵਾਸ ਬਣਾ ਲੈਂਦਾ ਹੈ। ਉਹਦੀ ਸੋਚ ਦੇ ਵਿੱਚ ਰੱਬ ਵਸ ਜਾਂਦਾ ਹੈ, ਉਹਦੀ ਮੈਂਟੈਲਿਟੀ ਦੇ ਵਿੱਚ ਰੱਬ ਵਸ ਜਾਂਦਾ ਹੈ, ਉਹਦੀ ਮਾਨਸਿਕਤਾ ਦੇ ਵਿੱਚ ਰੱਬ ਵਸ ਜਾਂਦਾ ਹੈ। ਰੱਬ ਕਿਵੇਂ ਵਸਦਾ ਹੈ? ਰੱਬ ਕੀ ਹੈ? ਉਹ ਹੈ ਸੱਤ। ਉਹਦੀ ਮਾਨਸਿਕਤਾ ਚ ਸੱਚ ਵਸ ਜਾਂਦਾ ਹੈ। ਰੱਬ ਕੀ ਹੈ? ਨਿਰਵੈਰ। ਉਹਦੀ ਮਾਨਸਿਕਤਾ ਨਿਰਵੈਰ ਹੋ ਜਾਂਦੀ ਹੈ। ਰੱਬ ਕੀ ਹੈ? ਕਰਤਾ। ਉਹਦੀ ਮਾਨਸਿਕਤਾ ਕੁਛ ਕਰਨ ਵਾਲੀ ਬਣ ਜਾਂਦੀ ਹੈ। ਰੱਬ ਕੀ ਹੈ? ਬਖਸ਼ਿੰਦ। ਰੱਬ ਕੀ ਹੈ? ਨਿਰਭਉ। ਰੱਬ ਕੀ ਹੈ? ਅਕਾਲ। ਰੱਬ ਕੀ ਹੈ? ਅਜੂਨੀ। ਰੱਬ ਕੀ ਹੈ? ਸੈਭੰ। ਉਹ ਆਪਣੇ ਪੈਰਾਂ ਤੇ ਖਲੋ ਜਾਂਦਾ ਹੈ। ਹਰੀ ਦਾ ਵਾਸ ਉਹਦੇ ਹਿਰਦੇ ਕਮਲ ਦੇ ਵਿੱਚ ਹੋ ਜਾਂਦਾ ਹੈ। ਆਪਣੇ ਹਿਰਦੇ ਕਮਲ ਵਿੱਚ ਰੱਬ ਦਾ ਵਾਸ ਕਰ ਲੈ। ਰੱਬੀ ਗੁਣ ਤੇਰੇ ਅੰਦਰ ਹੋਣੇ ਚਾਹੀਦੇ ਨੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਰਤਾ, ਨਿਰਮਾਨਤਾ, ਨਿਸ਼ਕਾਮਤਾ, ਨੇਕ ਨੀਤੀ, ਸੱਚਾਈ, ਇਮਾਨਦਾਰੀ, ਜਿਹੜੇ ਸ਼ੁਭ ਗੁਣ ਨੇ, ਇਹਨਾਂ ਗੁਣਾਂ ਨੂੰ ਆਪਣੇ ਅੰਦਰ ਵਸਾ ਲਈ। ਤੇਰਾ ਬੁੱਧਵਾਰ ਚੰਗਾ ਹੋ ਜਾਏਗਾ। ਜਦੋਂ ਸੱਚ ਬੋਲੇਗਾ, ਬੁੱਧਵਾਰ ਚੰਗਾ ਹੋ ਜਾਏਗਾ। ਨਿਮਰਤਾ ਨਾਲ ਪੇਸ਼ ਆਏਗਾ, ਤੇਰਾ ਬੁੱਧਵਾਰ ਚੰਗਾ ਹੋ ਜਾਏਗਾ। ਮਿੱਠੀ ਜ਼ੁਬਾਨ ਬੋਲੇਗਾ, ਬੁੱਧਵਾਰ ਚੰਗਾ ਹੋ ਜਾਏਗਾ। ਪ੍ਰੇਮ ਦੀ ਵਰਤੋਂ ਕਰੇਗਾ, ਤੇਰਾ ਬੁੱਧਵਾਰ ਚੰਗਾ ਹੋ ਜਾਏਗਾ। ਰੱਬੀ ਗੁਣ ਪ੍ਰੇਮ ਨੂੰ ਵਰਤ ਲੈ, ਨਿਮਰਤਾ ਨੂੰ ਵਰਤ ਲੈ। ਦੂਜਾ ਕੰਮ, ਮਾਨਸਿਕਤਾ ਸੱਚੀ ਸੁੱਚੀ ਹੋਣੀ ਚਾਹੀਦੀ ਹੈ। ਸਾਡੀ ਮਾਨਸਿਕਤਾ ਨਿਰਭਉ ਤੇ ਨਿਰਵੈਰ 2 ਗੁਣਾਂ ਵਾਲੀ ਹੋਣੀ ਚਾਹੀਦੀ ਹੈ। ਮਾਨਸਿਕਤਾ ਵਿੱਚ ਨਿਰਭੈਤਾ ਵੀ ਹੋਵੇ, ਨਿਰਵੈਰਤਾ ਵੀ ਹੋਵੇ। ਤੀਜਾ ਕੰਮ ਕਿਹੜਾ ਕੀਤਾ ਜਾਏ? ਗੁਰ ਮਿਲ ਦਉ ਏਕ ਸਮ ਤਰੈ। ਗੁਰ ਮਿਲ, ਗੁਰੂ ਨੂੰ ਮਿਲ ਕੇ, ਗੁਰੂ ਦਾ ਗਿਆਨ ਹਾਸਲ ਕਰਕੇ, ਗੁਰੂ ਕੋਲੋਂ ਉਪਦੇਸ਼ ਲੈ ਕੇ, ਗੁਰੂ ਕੋਲੋਂ ਕੁਝ ਸਿੱਖ ਕੇ ਕੀ ਕਰੇ? ਦਉ ਏਕ ਸਮ ਤਰੈ। ਦੋਨਾਂ ਨੂੰ ਇੱਕ ਬਣਾ ਲਵੇ, ਸਾਹਮਣੇ ਬਰਾਬਰ ਕਰ ਲਵੇ। ਏਕ ਸਾਹਮਣੇ ਇਕੱਠੇ ਕਰ ਲਵੇ, ਧਰੈ ਮੈਨੇ ਧਰ ਲਵੇ। ਹੁਣ ਇਹਦਾ ਅਰਥ ਕੀ ਹੋਇਆ? ਗੁਰ ਮਿਲ ਦਉ ਏਕ ਸਮ ਤਰੈ। ਇੱਕ ਤੇ ਦਾ ਅਰਥ ਇਹ ਹੈ, ਗੁਰੂ ਨੂੰ ਮਿਲ ਕੇ 2 ਨੂੰ ਇੱਕ ਸਮਾਨ ਕਰ ਦੇਵੇ ਕਿ ਮੈਂ ਵੱਖਰਾ ਨਹੀਂ ਤੇ ਰੱਬ ਵੱਖਰਾ ਨਹੀਂ, ਰੱਬ ਮੇਰੇ ਅੰਦਰ ਹੀ ਹੈ। ਦੋਵਾਂ ਨੂੰ ਇੱਕ ਬਣਾ ਲਵੇ। ਦੂਜਾ, ਆ ਜਿਹੜੇ 2 ਹੈ ਨਾ, ਦਉ ਮੈਨੇ ਦਵੈਸ਼, ਇੱਕ ਹੋ ਜਾਏ। ਆਪਣੇ ਪਰਾਏ ਦੇ ਵਿਤਕਰੇ ਖਤਮ ਹੋ ਜਾਣ, ਮੇਰ ਤੇਰ ਦੇ ਭੇਦ ਖਤਮ ਹੋ ਜਾਣ।
ਊਚ ਨੀਚ ਦਾ ਵਿਹਾਰ ਮੁੱਕ ਜਾਏ, ਆਪਣੇ ਬਗਾਨੇ ਦਾ ਭਾਵ ਖਤਮ ਹੋ ਜਾਏ, ਸਾਰਿਆਂ ਨਾਲ ਇੱਕ ਵਰਗਾ ਵਿਹਾਰ ਹੋ ਜਾਏ, ਸਾਰਿਆਂ ਨਾਲ ਚੰਗਾ ਵਿਹਾਰ ਕਰੇ, ਸਾਰਿਆਂ ਨਾਲ ਤੇਰਾ ਚੰਗਾ ਵਰਤਾਓ ਬਿਹੇਵੀਅਰ ਹੋਣਾ ਚਾਹੀਦਾ ਹੈ, ਸਾਰਿਆਂ ਵਿੱਚੋਂ ਤੇ ਇੱਕ ਰੱਬ ਨੂੰ ਦੇਖੇ, ਤੇਰੇ ਅੰਦਰ ਦੋ ਮੁੱਕ ਜਾਏ, ਦਵੈਸ਼ ਮੁੱਕ ਜਾਏ, ਏਕ ਸਮਤਰ ਹੈ, ਇੱਕ ਹੋ ਜਾਏ, ਸਾਰਿਆਂ ਵਿੱਚ ਇੱਕ ਰੱਬ ਨੂੰ ਦੇਖੇ। ਤੇ ਜਦੋਂ ਸਾਰਿਆਂ ਚ ਰੱਬ ਦੇਖੇਗਾ, ਫਿਰ ਇਹਦਾ ਦੁਸ਼ਮਣ ਕੋਈ ਨਹੀਂ ਰਹੇਗਾ, ਇਹਦੇ ਲਈ ਬੇਗਾਨਾ ਕੋਈ ਨਹੀਂ ਰਹੇਗਾ, ਇਹਦੇ ਲਈ ਮਾੜਾ ਕੋਈ ਨਹੀਂ ਰਹੇਗਾ। ਫਿਰ ਇਹਦੇ ਅੰਦਰੋਂ ਈਰਖਾ ਮੁੱਕ ਜਾਏਗੀ, ਨਫ਼ਰਤ ਮੁੱਕ ਜਾਏਗੀ। ਕਿਹਦੇ ਨਾਲ ਨਫ਼ਰਤ ਕਰੇਗਾ? ਰੱਬ ਨਾਲ। ਕਿਹਦੇ ਨਾਲ ਈਰਖਾ ਕਰੇਗਾ? ਰੱਬ ਨਾਲ ਕਰੇਗਾ ਈਰਖਾ। ਕਿਹਨੂੰ ਮਾੜਾ ਕਹੇਗਾ? ਰੱਬ ਨੂੰ। ਹੁਣ ਬਿਜ਼ਨਸ ਤੇ ਚੱਲੇਗਾ ਨਾ, ਜੇ ਦੁਕਾਨਦਾਰੀ ਕਰਦੇ ਆ, ਹੁਣ ਕਿਸੇ ਦੀ ਜੇਬ ਨਹੀਂ ਕੱਟੇਗਾ, ਹੁਣ ਕਿਹਦੀ ਜੇਬ ਕੱਟੇਗਾ? ਕਿਹਨੂੰ ਮਿਲਾਵਟੀ ਸਮਾਨ ਵੇਚੇਗਾ? ਕਿਹਨੂੰ ਮਹਿੰਗਾ ਸੌਦਾ ਵੇਚੇਗਾ? ਜਦੋਂ ਸਮਾਨ ਸਹੀ ਵੇਚੇਗਾ ਔਰ ਸਮਾਨ ਰੀਜ਼ਨੇਬਲ ਪ੍ਰਾਈਸ ਤੇ ਵੇਚੇਗਾ, ਦੁਕਾਨ ਤੇ ਚੱਲੇਗੀ ਚੱਲੇਗੀ। ਹੁਣ ਬੁੱਧ ਨੂੰ ਮਨਾਉਣ ਦੀ ਲੋੜ ਨਹੀਂ ਪਏਗੀ, ਕਾਰੋਬਾਰ ਤੇ ਵੈਸੇ ਹੀ ਚੱਲ ਜਾਏਗਾ। ਜਦੋਂ ਇਹ ਗੁਣ ਹੋਣਗੇ, ਦੁਕਾਨਦਾਰ ਦੇ ਅੰਦਰ ਇਹ ਗੁਣ ਹੋਣ, ਜਦੋਂ ਇਮਾਨਦਾਰੀ ਹੋਵੇ, ਸੱਚਾਈ ਹੋਵੇ, ਸੌਦਾ ਸਮਾਨ ਸਹੀ ਵੇਚਦਾ ਹੋਵੇ, ਮਾਰਜਨ ਉਹਨੇ ਠੀਕ ਰੱਖਿਆ ਹੋਵੇ, ਆਏ ਗਏ ਗਾਹਕਾਂ ਨਾਲ ਮਿੱਠਾ ਬੋਲਦਾ ਹੋਵੇ, ਉਹਦਾ ਬਿਹੇਵੀਅਰ ਦੂਜੇ ਨਾਲ ਵਧੀਆ ਹੋਵੇ, ਉਹਦਾ ਕਾਰੋਬਾਰ ਕਿਉਂ ਨਹੀਂ ਚੱਲੇਗਾ? ਫਿਰ ਕਿਸੇ ਬੁੱਧ ਗ੍ਰਹਿ ਨੂੰ ਮਨਾਉਣ ਦੀ ਲੋੜ ਥੋੜੇ ਪਏਗੀ। ਉਹ ਆਪਣੀ ਦਵੈਸ਼ ਖਤਮ ਕਰਕੇ ਸਾਰਿਆਂ ਵਿੱਚ ਇੱਕ ਰੱਬ ਨੂੰ ਦੇਖੇ, ਗੁਰੂ ਦਾ ਉਪਦੇਸ਼ ਲੈ ਕੇ। ਕਿਉਂਕਿ ਮੇਰੇ ਗੁਰੂ ਜੀ ਇਹੀ ਕਹਿ ਰਹੇ ਨੇ ਬਾਣੀ ਦੇ ਵਿੱਚ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜੇ ਤੂੰ ਰੱਬ ਨੂੰ ਮਿਲਣਾ, ਆਪਣੇ ਦਵੈਸ਼ ਨੂੰ ਖਤਮ ਕਰ। ਅੱਜ ਰੱਬ ਮਿਲ ਜਾਏ, ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਧੋ ਸੁੰਦਰ ਪਾਵੋ। ਆਪਣੇ ਦੁੰਦਰ ਨੂੰ, ਦੁਬਦਾ ਨੂੰ ਬੰਨ ਲਓ, ਨੇੜੇ ਤੇਰੇ ਦੇ ਵਿਤਕਰੇ ਛੱਡ ਦਿਓ, ਸੁੰਦਰ ਰੱਬ ਨੂੰ ਅੱਜ ਹੀ ਪਾ ਲਓ। ਉਹਦੇ ਤੋਂ ਬਿਨਾਂ ਕੌਣ ਹੈ? ਜੋ ਦਿਸੈ ਸੋ ਤੇਰਾ ਰੂਪ। ਉਦੋਂ ਜੀਵਨ ਦਾ ਕੰਮ ਸੁਧ ਹੋ ਜਾਏਗਾ, ਫਿਰ ਬਣੇਗਾ ਬੁੱਧ ਕੰਮ ਸੁਧ। ਗੁਰ ਮਿਲ ਦਊ ਏਕ ਸੰਤਰ ਹੈ, ਭਾਵ ਮੇਰ ਤੇਰੇ ਦੇ ਵਿਤਕਰੇ ਖਤਮ ਕਰ ਦੇਵੇ, ਆਪਣੇ ਪਰਾਏ ਬੇਗਾਨੇ ਦੇ ਵਿਤਕਰੇ, ਦੂਜਿਆਂ ਨਾਲ ਈਰਖਾ ਕਰਨੀ, ਨਫ਼ਰਤ ਕਰਨੀ ਛੱਡ ਦੇਵੇ, ਸਾਰਿਆਂ ਵਿੱਚ ਰੱਬ ਦੇਖਣ ਲੱਗ ਜਾਏ, ਸਾਰਿਆਂ ਨਾਲ ਚੰਗਾ ਵਿਹਾਰ ਕਰੇ, ਇਹਦੀ ਬੋਲਬਾਣੀ ਮਿੱਠੀ ਹੋ ਜਾਏ, ਇਹਦਾ ਬਿਹੇਵੀਅਰ ਵਧੀਆ ਹੋ ਜਾਏ, ਇਹਦੀ ਦੂਜਿਆਂ ਦੇ ਨਾਲ ਮਦਦ ਕਰਨ ਵਾਲੀ ਭਾਵਨਾ ਬਣ ਜਾਏ। ਤੀਜਾ ਗੁਣ ਇਹ ਹੋਵੇ। ਚੌਥਾ ਕੰਮ ਕਿਹੜਾ ਕਰਨਾ ਹੈ? ਉਰਦ ਪੰਕ ਲੈ ਸੂਦਾ ਕਰੈ। ਚੌਥਾ ਕੰਮ ਹੈ ਉਰਦ। ਉਰਦ ਦਾ ਅਰਥ ਹੈ ਉਲਟਾ। ਪੰਕ, ਪੰਕ ਦਾ ਇੱਥੇ ਅਰਥ ਹੈ ਹਿਰਦਾ ਕਮਲ। ਲੈ ਸੂਦਾ, ਸੂਦਾ ਮੈਨੇ ਸਿੱਧਾ, ਕਰੇ ਮੈਨੇ ਸਿੱਧਾ ਕਰ ਦੇਵੇ। ਕਿਹਦੇ ਵੱਲ ਸਿੱਧਾ ਕਰੇ? ਚੋਰੀ ਵੱਲ ਸਿੱਧਾ ਕਰ ਲਵੇ, ਨਸ਼ਿਆਂ ਵਾਲੇ ਪਾਸੇ ਆਪਣਾ ਧਿਆਨ ਧਰ ਲਵੇ, ਆਪਣੀ ਹਿਰਦੇ ਨੂੰ ਬੇਈਮਾਨੀ ਵਾਲੇ ਪਾਸੇ ਲੈ ਜਾਏ। ਨਹੀਂ, ਰੱਬ ਵਾਲੇ ਪਾਸੇ ਸਿੱਧਾ ਕਰੇ, ਗੁਣਾ ਵਾਲੇ ਪਾਸੇ ਸਿੱਧਾ ਕਰੇ, ਸੱਚਾਈ ਵਾਲੇ ਪਾਸੇ ਸਿੱਧਾ ਕਰੇ, ਸਹਿਜ ਸੰਤੋਖ ਵਾਲੇ ਪਾਸੇ ਸਿੱਧਾ ਕਰੇ। ਆਪਣੇ ਮਨ ਨੂੰ ਉਰਦ ਪੰਕ ਲੈ ਸੂਦਾ ਕਰੇ, ਉਲਟਾ ਲਵੇ, ਪਰਤਾ ਲਵੇ, ਵਿਕਾਰਾਂ ਵਾਲੇ ਪਾਸੇ ਤੋਂ ਹਟਾ ਕੇ ਧਰਮ ਵਾਲੇ ਪਾਸੇ ਜੋੜ ਦੇਵੇ, ਔਗਣਾਂ ਵਾਲੇ ਪਾਸਿਓਂ ਹਟਾ ਕੇ ਗੁਣਾਂ ਵਾਲੇ ਪਾਸੇ ਜੋੜ ਦੇਵੇ, ਮਾਇਆ ਵਾਲੇ ਪਾਸੇ ਤੋਂ ਹਟਾ ਕੇ ਪ੍ਰਭੂ ਦੇ ਸਨਮੁਖ ਕਰ ਦੇਵੇ। ਜਿਹੜਾ ਮਨੁੱਖ ਇਸ ਮਨ ਨੂੰ ਵਸ ਚ ਕਰਕੇ ਪ੍ਰਭੂ ਦੇ ਸਨਮੁਖ ਕਰ ਦਿੰਦਾ ਹੈ, ਉਹਦਾ ਬੁੱਧਵਾਰ ਬੁੱਧ ਵਧੀਆ ਹੋ ਜਾਂਦਾ ਹੈ, ਸੁੱਧ ਹੋ ਜਾਂਦਾ ਹੈ। ਉਰਦ ਪੰਕ ਲੈ ਸੂਦਾ ਕਰੇ। ਚੌਥਾ ਕੰਮ ਇਹ ਕਰੇ ਕਿ ਮਾੜੀ ਜੀਵਨ ਜੁਗਤ ਛੱਡ ਕੇ ਚੰਗੀ ਜੀਵਨ ਜੁਗਤ ਅਪਣਾ ਲਵੇ, ਉਲਟ ਜਾਏ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਨਿੰਦਿਆ ਚੁਗਲੀ ਦਵੈਸ਼ ਵਕੀਲੀ ਪਾਪ ਵਿਕਾਰ ਗੁਨਾਹ ਅਪਰਾਧ ਚੋਰੀਆਂ ਠੱਗੀਆਂ ਬੇਈਮਾਨੀਆਂ ਪਹਿਨਾਮੀਆਂ, ਆ ਜਿੰਨੇ ਵੀ ਵਿਕਾਰ ਔਗੁਣ ਗੁਨਾਹ ਅਪਰਾਧ ਵਗੈਰਾ ਨੇ, ਇਹਨਾਂ ਨੂੰ ਛੱਡ ਕੇ ਇਹਦੇ ਵੱਲ ਪਾਸੋਂ ਉਲਟ ਕੇ ਗੁਣਾਂ ਵਾਲੇ ਪਾਸੇ ਸਿੱਧਾ ਹੋ ਜਾਏ। ਇਹਦੀ ਜ਼ੁਬਾਨ ਮਿੱਠੀ ਹੋਵੇ, ਇਹਦੇ ਚ ਪ੍ਰੇਮ ਹੋਵੇ, ਇਹਦੇ ਚ ਇਮਾਨਦਾਰੀ ਹੋਵੇ, ਨਿਮਰਤਾ ਹੋਵੇ, ਸਹਿਜ ਹੋਵੇ, ਸੰਤੋਖ ਹੋਵੇ, ਰੱਬੀ ਗੁਣ ਆ ਜਾਣ, ਰੱਬ ਵਾਲੇ ਪਾਸੇ ਮੂੰਹ ਹੋ ਜਾਏ। ਉਰਦ ਪੰਕ ਲੈ ਸੂਦਾ ਕਰੇ, ਉਲਟੇ ਪੰਕ ਨੂੰ, ਉਲਟੇ ਹਿਰਦੇ ਨੂੰ ਸਿੱਧਾ ਕਰ ਦੇਵੇ, ਵਿਕਾਰਾਂ ਵਾਲੇ ਪਾਸੇ ਗਏ ਹੋਏ ਇਸ ਜੀਵਨ ਨੂੰ ਗੁਣਾਂ ਵਾਲੇ ਪਾਸੇ ਕਰ ਲਵੇ। ਭਾਵ ਮਾੜੀ ਜੀਵਨ ਜੁਗਤ ਨੂੰ ਛੱਡ ਕੇ ਚੰਗੀ ਜੀਵਨ ਜੁਗਤ ਨੂੰ ਅਪਣਾ ਲਵੇ, ਬੁਰੇ ਰਸਤੇ ਨੂੰ ਛੱਡ ਕੇ ਜੀਵਨ ਦਾ ਸਹੀ ਰਸਤਾ ਅਪਣਾ ਲਵੇ। ਇਹਦੇ ਜੀਵਨ ਦੀ ਜੁਗਤ ਆਦਰਸ਼ਕ ਹੋਣੀ ਚਾਹੀਦੀ ਹੈ। ਤੇ ਇਹ ਸਾਰੀ ਗੁਰਬਾਣੀ ਸਾਨੂੰ, ਇਹ ਸਾਰੀ ਜਿੰਨੀ ਵੀ ਜਾਣਕਾਰੀ ਸਾਨੂੰ ਗੁਰਬਾਣੀ ਚੋਂ ਮਿਲਦੀ ਹੈ। ਗੁਰੂ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ ਕਿ ਜਿਹੜਾ ਇਸ ਤਰ੍ਹਾਂ ਜੀਵੇਗਾ, ਉਹਦੀ ਜ਼ਿੰਦਗੀ 'ਚ ਸੁੱਖ ਤੇ ਸ਼ਾਂਤੀ ਆ ਜਾਏਗੀ। ਬੁੱਧਵਾਰ ਨੂੰ ਕੀ ਕਰਨਾ ਹੈ?
ਇੱਕ ਤੇ ਬੁੱਧੀ ਦੀ ਵਰਤੋਂ ਕਰਨੀ, ਗਿਆਨ ਦੀ ਵਰਤੋਂ ਕਰਨੀ, ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਸੱਚ ਦੇ ਆਧਾਰ ਤੇ ਫੈਸਲੇ ਲੈਣੇ। ਦੂਜਾ, ਮਾਨਸਿਕਤਾ ਵਿੱਚ ਰੱਬੀ ਗੁਣ ਆ ਜਾਣ, ਮਾਨਸਿਕਤਾ ਸੱਚੀ ਸੁੱਚੀ ਹੋਵੇ। ਤੀਜਾ, ਨੇਰ ਤੇਰ ਦੇ ਵਿਤਕਰੇ ਖਤਮ ਹੋਣ, ਈਰਖਾ ਨਫ਼ਰਤ ਆਦਿਕ ਖਤਮ ਹੋ ਜਾਏ। ਚੌਥਾ, ਵਿਕਾਰਾਂ ਵਾਲੀ ਜ਼ਿੰਦਗੀ ਦੀ ਜੁਗਤੀ ਛੱਡ ਕੇ ਚੰਗੇ ਗੁਣਾਂ ਵਾਲੀ ਜ਼ਿੰਦਗੀ ਦੀ ਜੁਗਤੀ ਨੂੰ ਧਾਰਨ ਕਰ ਲਵੇ, ਉਹਦਾ ਇਹ ਬੁੱਧਵਾਰ ਦਾ ਦਿਨ ਸਫਲ ਹੋ ਜਾਏਗਾ। ਇਸ ਤੋਂ ਅੱਗੇ ਆ ਗਿਆ ਜੀ ਬ੍ਰਿਹਸਪਤ। ਵੀਰਵਾਰ ਨੂੰ ਕਿਹਾ ਜਾਂਦਾ ਹੈ। ਵੀਰਵਾਰ ਦਾ ਸੰਬੰਧ ਬ੍ਰਹਸਪਤ ਦੇਵਤੇ ਨਾਲ ਮੰਨਿਆ ਗਿਆ। ਹਾਲਾਂਕਿ ਬ੍ਰਹਸਪਤ ਇੱਕ ਗ੍ਰਹਿ ਹੈ, ਉਹ ਦੇਵਤਾ ਨਹੀਂ ਹੈ, ਪਰ ਜਿਵੇਂ ਲੋਕ ਮੰਨਦੇ ਨੇ ਉਹ ਦੇਵਤਿਆਂ ਦਾ ਗੁਰੂ, ਕਿਸੇ ਨੇ ਉਹਨੂੰ ਦੇਵਤਿਆਂ ਦਾ ਗੁਰੂ ਮੰਨਿਆ ਹੈ। ਸਨਾਤਨ ਦੇ ਵਿੱਚ ਦੇਵਤਿਆਂ ਦਾ ਗੁਰੂ ਕਿਹਾ ਜਾਂਦਾ ਹੈ ਬ੍ਰਹਸਪਤ ਨੂੰ, ਇਸ ਕਰਕੇ ਗੁਰੂ ਬ੍ਰਹਸਪਤ ਕਿਹਾ ਜਾਂਦਾ ਹੈ ਆਮ ਤੌਰ ਤੇ। ਰੋਮਨ ਜਿਹੜੇ ਲੋਕ ਨੇ ਉਹਨਾਂ ਵਿੱਚ ਦੇਵਤਿਆਂ ਦਾ ਰਾਜਾ ਕਿਹਾ ਜਾਂਦਾ ਹੈ। ਦੋਨਾਂ ਪੱਖਾਂ ਦੇ ਵਿੱਚ ਦੇਵਤਿਆਂ ਤੋਂ ਜਿਹੜਾ ਵੱਡਾ ਹੈ ਨਾ, ਉਹਨੂੰ ਬ੍ਰਹਸਪਤ। ਔਰ ਇਹਦਾ ਨਾਮ ਰੋਮਨ ਦੇ ਵਿੱਚ, ਇੰਗਲਿਸ਼ ਦੇ ਵਿੱਚ ਜੁਪੀਟਰ ਹੈ, ਤੇ ਇਹ ਜੁਪੀਟਰ ਦੇਵਤੇ ਦੇ ਨਾਂ ਤੇ ਰੱਖਿਆ ਹੋਇਆ ਨਾਮ ਹੈ। ਹੁਣ ਇਹਦਾ ਕੀ ਕੰਮ ਹੈ? ਇਹਦੇ ਕੰਮ ਬੜੇ ਰੋਚਕ ਨੇ। ਇਹਦੇ ਕੰਮ ਕੀ ਨੇ? ਜਿਹਦੇ ਤੇ ਖੁਸ਼ ਹੋਵੇ ਨਾ, ਉਹਦਾ ਤੇ ਐਨ ਵਧੀਆ ਜਿਹਾ ਵਿਆਹ ਕਰਾ ਦਿੰਦਾ ਹੈ, ਤੇ ਜਿਹਦੇ ਤੇ ਗੁੱਸਾ ਹੋਵੇ ਨਾ, ਉਹਦੇ ਵਿਆਹ 'ਚ ਰੋੜੇ ਟਕਾਈ ਜਾਂਦਾ ਵੀ ਤੇਰਾ ਨਹੀਂ ਮੈਂ ਵਿਆਹ ਹੋਣ ਦੇਣਾ। ਉੱਥੇ ਬ੍ਰਹਸਪਤ ਦੋਸ਼ੀ ਹੈ। ਜੇ ਤੇ ਖੁਸ਼ ਹੋ ਜਾਏ, ਉਹਦਾ ਬਚਪਨ 'ਚ ਹੀ ਵਿਆਹ ਕਰਾ ਦਿੰਦਾ ਹੈ। ਜਿਹਦੇ ਤੇ ਨਾ ਖੁਸ਼ ਹੋਵੇ, ਉਹ 40 ਸਾਲ ਦੀ ਉਮਰ ਤੱਕ ਵੇਟ ਕਰੀ ਜਾਂਦਾ, ਮੇਰਾ ਵਿਆਹ ਨਹੀਂ ਹੋਇਆ। ਉਹ ਵਿਆਹਾਂ ਦੇ ਮਾਮਲਿਆਂ ਦਾ ਅਫਸਰ ਹੈ। ਦੂਜਾ, ਵਿਆਹ ਤੋਂ ਬਾਅਦ ਅਗਲੀ ਚੀਜ਼ ਹੁੰਦੀ ਹੈ ਔਲਾਦ ਹੋਣੀ, ਬੱਚੇ ਹੋਣੇ, ਧੀਆਂ ਪੁੱਤਰ ਹੋਣੇ। ਗ੍ਰਸਤ ਵਿੱਚ ਪ੍ਰਵੇਸ਼ ਕਰਕੇ ਅੱਗੋਂ ਔਲਾਦ ਹੈ। ਫਿਰ ਦੂਜਾ ਇਹਦੇ ਔਲਾਦ ਦਾ, ਜਿਹਦੇ ਤੇ ਖੁਸ਼ ਹੁੰਦਾ ਵੈ, ਉਹਨੂੰ ਫਿਰ 7 ਪੁੱਤਰ 7 ਧੀਆਂ ਦੇ ਦਿੰਦਾ, ਜਾਂ 7 ਪੁੱਤਰ ਦੇ ਦਿੰਦਾ। ਤੇ ਜਿੱਤੇ ਨਾਰਾਜ਼ ਹੋਵੇ, ਉਹਨੂੰ ਔਲਾਦ ਨਹੀਂ ਦਿੰਦਾ, ਜਾਂ ਕੁੜੀਆਂ ਹੀ ਦੇਈ ਜਾਂਦਾ, ਜਿਵੇਂ ਕੁੜੀਆਂ ਨਾਲ ਉਹਦੀ ਨਫ਼ਰਤ ਹੋਵੇ। ਸੰਤਾਨ ਦੇ ਮਾਮਲਿਆਂ ਦੇ ਵਿੱਚ ਇਹ ਆਫਿਸਰ ਹੈ। ਤੀਜਾ, ਧਨ। ਧਨ ਦੇ ਮਾਮਲਿਆਂ 'ਚ ਵੀ ਦਖਲ ਦਿੰਦਾ ਵੈ। ਜਿਹਦੇ ਉੱਪਰ ਖੁਸ਼ ਹੋ ਜਾਏ, ਉਹਨੂੰ ਅਮੀਰ ਕਰ ਦਿੰਦਾ, ਜਿਹਦੇ ਤੇ ਖੁਸ਼ ਨਾ ਹੋਵੇ ਤਾਂ ਪੈਸਾ ਖੋਹ ਲੈਂਦਾ, ਉਹਨੂੰ ਗਰੀਬ ਕਰ ਦਿੰਦਾ। ਚੌਥਾ, ਤੰਦਰੁਸਤੀ ਤੇ ਰੋਗ, ਜਾਂ ਰੋਗੀ ਕਰ ਦੇਗਾ ਜਾਂ ਤੰਦਰੁਸਤੀ। ਵੈਸੇ ਬਹੁਤੇ ਜਿਹੜੇ ਦੇਵਤਿਆਂ ਦੇ ਨਾਂ ਤੇ ਗ੍ਰਹਿ ਮੰਨੇ ਗਏ, ਦੇਵਤੇ ਮੰਨੇ ਗਏ, ਲਗਭਗ ਇਹਨਾਂ ਦੇ ਕਾਰਜ ਵੀ ਇੱਕੋ ਜਿਹੇ ਨੇ। ਜਿਵੇਂ ਬੁੱਧ ਦਾ ਵੀ ਸੰਬੰਧ ਰੋਗ ਦੇ ਨਾਲ ਹੈ, ਤੰਦਰੁਸਤੀ ਨਾਲ ਹੈ, ਬ੍ਰਹਸਪਤ ਦਾ ਵੀ ਰੋਗ ਨਾਲ, ਤੰਦਰੁਸਤੀ ਨਾਲ। ਮਤਲਬ ਕੋਈ ਪੱਕੀ ਗੱਲ ਨਹੀਂ, ਕੋਈ ਸਟੈਂਡ ਨਹੀਂ ਹੈ। ਇਹਨਾਂ ਚੀਜ਼ਾਂ ਨੂੰ ਜਿਹੜੇ ਮਰਜ਼ੀ ਦੇਵਤੇ ਨਾਲ ਜੋੜ ਦਿਓ। ਪੁਜਾਰੀਆਂ ਨੇ ਏਦਾਂ ਹੀ ਕੀਤਾ, ਕਦੀ ਕਿਸੇ ਨੂੰ ਕਿਸੇ ਦੇਵਤੇ ਨਾਲ ਜੋੜਤਾ, ਕਦੀ ਕਿਸੇ ਨੂੰ ਕਿਸੇ ਦੇਵਤੇ ਨਾਲ ਜੋੜ ਦਿੱਤਾ। ਤੇ ਦੇਵਤੇ ਲੱਗਦਾ ਸਾਡੇ ਵਰਗੇ ਹੀ ਨੇ। ਜਦੋਂ ਅਸੀਂ ਕਿਸੇ ਤੇ ਖੁਸ਼ ਹੋ ਜਾਈਏ, ਅਸੀਂ ਉਹਦੀ ਸਹਾਇਤਾ ਕਰ ਦਿੰਦੇ ਹਾਂ। ਅਸੀਂ ਕਿਸੇ ਦੇ ਨਾਰਾਜ਼ ਹੋਈਏ, ਉਹਦਾ ਨੁਕਸਾਨ ਕਰ ਦਿੰਦੇ ਹਾਂ। ਇਹਨਾਂ ਦੀ ਬਿਰਤੀ ਵੀ ਆਮ ਇਨਸਾਨਾਂ ਵਰਗੀ ਹੈ। ਭਾਵੇਂ ਬੁੱਧ ਹੈ, ਤੇ ਭਾਵੇਂ ਬ੍ਰਹਸਪਤ ਹੈ, ਭਾਵੇਂ ਮੰਗਲ ਹੈ, ਭਾਵੇਂ ਵੀਰ ਹੈ, ਭਾਵੇਂ ਸ਼ੁਕਰ ਹੈ। ਆਮ ਇਨਸਾਨਾਂ ਵਰਗੇ ਇਹਨਾਂ ਦੀ ਨੇਚਰ ਹੈ, ਕੋਈ ਦੇਵਤਿਆਂ ਵਾਲੀ ਨੇਚਰ ਥੋੜੇ ਹੈ। ਜਿੱਥੇ ਖੁਸ਼ ਹੋ ਗਈ ਉਹਦੀ ਹੈਲਪ ਕਰਤੀ, ਜਿੱਥੇ ਨਾਰਾਜ਼ ਹੋ ਗਏ ਦਾ ਨੁਕਸਾਨ ਕਰ ਛੱਡਿਆ। ਉਹਦੇ ਵਿਆਹ 'ਚ ਰੋੜੇ ਟਕਾਈ ਗਏ ਵੀ ਤੇਰਾ ਵਿਆਹ ਨਹੀਂ ਮੈਂ ਹੋਣ ਦਿਆਂਗਾ। ਜਿਵੇਂ ਪਤਾ ਨਹੀਂ ਜ਼ਮੀਨ ਜਾਇਦਾਦ ਵੰਡਣੀ ਹੈ, ਵੀ ਕੱਲ ਨੂੰ ਇਹਦੇ ਬੱਚੇ ਹੋਣਗੇ, ਜ਼ਮੀਨ ਵੰਡੀ ਜਾਏਗੀ। ਫਿਰ ਇਹ ਛੋਟੀਆਂ ਮੋਟੀਆਂ ਚੀਜ਼ਾਂ ਤੇ ਖੁਸ਼ ਹੋ ਜਾਂਦੇ ਨੇ। ਜਿਵੇਂ ਪੁਰਾਣੇ ਜ਼ਮਾਨੇ 'ਚ ਵੱਡੀ ਤੋਂ ਵੱਡੀ ਮਠਿਆਈ ਜਿਹੜੀ ਉਹ ਲੱਡੂ ਹੁੰਦੀ ਸੀ, ਤੇ ਬ੍ਰਹਸਪਤ ਲੱਡੂ ਤੇ ਖੁਸ਼ ਹੋ ਜਾਂਦਾ ਸੀ। ਮਠਿਆਈ ਹੈ ਨਾ, ਕਿਉਂਕਿ ਪੁਜਾਰੀ ਨੂੰ ਲੱਡੂ ਚਾਹੀਦੇ ਨੇ। ਉਸ ਜ਼ਮਾਨੇ 'ਚ ਮਠਿਆਈ ਲੱਡੂ ਹੈ। ਉਹ ਕਹਿੰਦਾ ਜੇ ਬ੍ਰਹਸਪਤ ਨੂੰ ਖੁਸ਼ ਕਰਨਾ ਹੈ ਤਾਂ ਲੱਡੂ ਚੜਾਉਣਾ ਪੈਣਾ, ਪੀਲੇ ਰੰਗ ਦੀਆਂ ਚੀਜ਼ਾਂ ਚੜਾਉਣੀਆਂ ਪੈਣਗੀਆਂ। ਪੀਲਾ ਬੇਸਣ, ਪੀਲਾ ਲੱਡੂ, ਪੀਲੀਆਂ ਚੀਜ਼ਾਂ ਦਾਨ ਕਰਨੀਆਂ ਪੈਣਗੀਆਂ, ਫਿਰ ਇਹ ਖੁਸ਼ ਹੋਏਗਾ। ਪੀਲੀ ਬੂੰਦੀ, ਪੀਲੀਆਂ ਸੇਵੀਆਂ। ਔਰ ਵੀਰਵਾਰ ਨੂੰ ਗੁਰਦੁਆਰਿਆਂ 'ਚ ਵੀ ਪੀਲੀਆਂ ਚੀਜ਼ਾਂ ਆਉਂਦੀਆਂ ਨੇ। ਕੋਈ ਬਦਾਨਾ ਚੁੱਕੀ ਫਿਰਦਾ ਹੈ, ਕੋਈ ਲੱਡੂ ਚੁੱਕੀ ਫਿਰਦਾ ਹੈ, ਕੋਈ ਕੁਛ। ਪੀਲੀਆਂ ਚੀਜ਼ਾਂ ਦਾਨ ਕਰਨ ਤੇ ਇਹ ਖੁਸ਼ ਹੋ ਜਾਂਦਾ ਵੈ। ਤੇ ਵੀਰਵਾਰ ਨੂੰ ਹੋਰ ਵੀ ਬੜੇ ਕਰਮਕਾਂਡ ਹੁੰਦੇ ਨੇ। ਜਿਵੇਂ ਵੀਰਵਾਰ ਨੂੰ ਕਬਰਾਂ ਤੇ ਦੀਵੇ ਜਗਾਣੇ, ਮਿੱਠੇ ਚੌਲ ਵੰਡਣੇ। ਔਰ ਲੋਕੀ ਇਹੋ ਜਿਹੇ ਯਤਨ ਕਰਕੇ ਸੋਚਦੇ ਨੇ ਸੁਖੀ ਹੋ ਜਾਵਾਂਗੇ। ਇਹ ਵਿਅਰਥ ਦੇ ਯਤਨ ਨੇ, ਨਿਰਥਕ ਨੇ। ਇਹਨਾਂ ਦਾ ਸੁਖ ਸ਼ਾਂਤੀ ਦੇ ਨਾਲ ਕੋਈ ਸੰਬੰਧ ਨਹੀਂ ਹੈ। ਬ੍ਰਹਸਪਤ ਵਿਖਿਆ ਦੇ ਬਹਾਏ। ਹੁਣ ਇਹ ਬ੍ਰਹਸਪਤ ਹੈ ਕੀ ਹੈ? ਅਸੀਂ ਹੁਣ ਵਿਗਿਆਨ ਦੇ ਝਰੁੱਖ 'ਚ ਦੇਖ ਲਈਏ। ਜਿਸ ਸਾਇੰਸ ਨੂੰ ਬੜਾ ਨਿੰਦਿਆ ਗਿਆ, ਉਹਨੇ ਤੇ ਸਾਡਾ ਬਹੁਤ ਫਾਇਦਾ ਕੀਤਾ। ਤੇ ਜਿਨ੍ਹਾਂ ਸਾਧਾਂ ਸੰਤਾਂ ਪੀਰਾਂ ਪੈਗੰਬਰਾਂ ਦੀ ਪੂਜਾ ਕੀਤੀ, ਉਹਨਾਂ ਨੇ ਬਦਲੇ ਸਾਨੂੰ ਕੁਝ ਨਹੀਂ ਦਿੱਤਾ। ਉਹਨਾਂ ਨੇ ਕੀ ਦਿੱਤਾ ਸਾਨੂੰ?
ਔਰ ਜਿਨ੍ਹਾਂ ਨੇ ਦਿੱਤਾ ਅਸੀਂ ਉਹਨਾਂ ਨੂੰ ਹਮੇਸ਼ਾ ਮਾੜਾ ਹੀ ਕਹਿੰਦੇ ਰਹੇ, ਇਹ ਤੇ ਜੀ ਬੜੇ ਮਾੜੇ ਨੇ, ਇਹ ਚੰਗੇ ਨਹੀਂ ਹਨ। ਕਿਸੇ ਆਦਮੀ ਨੇ ਕਿਹਾ ਜੀ ਦੇਖੋ ਜੀ ਸਾਇੰਸ ਨੇ ਦੁਨੀਆ ਬਰਬਾਦ ਕਰ ਦਿੱਤੀ, ਗੁਰੂ ਪੀਰ ਧਰਮ ਸਾਰਾ ਉਡਾ ਦਿੱਤਾ ਸਾਇੰਸ ਨੇ। ਇਹ ਤੇ ਜਿਹੜੇ ਨਾਸਤਿਕ ਲੋਕ ਨੇ, ਸਾਇੰਟਿਸਟ ਬੜੇ ਨਾਸਤਿਕ ਲੋਕ ਹੁੰਦੇ ਨੇ। ਤੇ ਦੂਜਾ ਜਿਹੜਾ ਬੰਦਾ ਸੀ ਉਹਨੇ ਉਹਦਾ ਫੋਨ ਖੋਹ ਲਿਆ, ਉਹਨੇ ਏਸੀ ਵੀ ਬੰਦ ਕਰਤਾ, ਲਾਈਟ ਵੀ ਬੰਦ ਕਰ ਦਿੱਤੀ। ਕਹਿਣ ਲੱਗੇ ਕਿ ਇੰਨਾ ਹਨੇਰਾ, ਗਰਮੀ ਬੜੀ ਲੱਗ ਰਹੀ ਹੈ। ਕਹਿਣ ਲੱਗਾ ਸਾਇੰਸ ਨੇ ਬਣਾਈਆਂ ਚੀਜ਼ਾਂ ਨੇ, ਤੂੰ ਕਿਉਂ ਵਰਤ ਰਿਹਾ ਨਾਸਤਿਕਾਂ ਦੀਆਂ ਚੀਜ਼ਾਂ, ਤੂੰ ਕਿਉਂ ਵਰਤ ਰਿਹਾ, ਛੱਡ ਪਰਾਂ। ਅਸੀਂ ਕੋਸਦੇ ਜ਼ਰੂਰ ਹਾਂ ਵੀ ਇਹ ਸਾਇੰਟਿਸਟ ਜਿਹੜੇ ਨਾਸਤਿਕ ਹੁੰਦੇ ਨੇ, ਰੱਬ ਨੂੰ ਨਹੀਂ ਮੰਨਦੇ। ਜੇ ਅਸਲੀ ਪੀਰ ਪੈਗੰਬਰ ਮਹਾਂਪੁਰਸ਼ ਦੇਖਣੇ ਨੇ ਤੇ ਇਹੀ ਨੇ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਸੌਖੀ ਕਰਤੀ, ਸਾਨੂੰ ਗੁਫਾਵਾਂ ਪਹਾੜਾਂ ਦੀਆਂ ਕੰਦਰਾਂ ਚੋਂ ਕੱਢ ਕੇ ਸਾਨੂੰ ਘਰਾਂ ਦੇ ਵਿੱਚ ਪਾ ਦਿੱਤਾ, ਸਾਨੂੰ ਸੁੱਖ ਸਾਧਨ ਦੇ ਦਿੱਤੇ। ਜਿਨ੍ਹਾਂ ਸਾਧਾ ਸੰਤਾਂ ਨੂੰ ਅਸੀਂ ਪੂਜ ਨਹੀਂ ਥਕਦੇ, ਉਹਨਾਂ ਸਾਧਾ ਸੰਤਾਂ ਨੇ ਇੱਕ ਬ੍ਰਸ਼ ਦੀ ਵੀ ਕਾਢ ਨਹੀਂ ਕੱਢੀ ਵੀ ਦੰਦ ਸਾਫ਼ ਕਰਨੀ। ਉਹਨਾਂ ਨੇ ਇੱਕ ਪੇਸਟ ਨਹੀਂ ਬਣਾਈ। ਉਹਨਾਂ ਨੇ ਗੱਡੀ ਦਾ ਸ਼ੀਸ਼ਾ ਸਾਫ਼ ਕਰਨ ਵਾਲਾ ਇੱਕ ਵਾਈਪਰ ਵੀ ਦੁਨੀਆ ਨੂੰ ਨਹੀਂ ਦਿੱਤਾ। ਦਿੱਤਾ ਕੀ ਦੁਨੀਆ ਨੂੰ? ਜੰਤਰ ਮੰਤਰ, ਤੰਤਰ, ਭੂਤ ਪ੍ਰੇਤ, ਰਾਹੂ ਕੇਤੂ, ਸ਼ਨੀ, ਸਾੜ ਸਤੀ, ਪਤਾ ਨਹੀਂ ਕੀ ਕਰਮ ਕਾਂਡ ਪਖੰਡ ਦਿੱਤੇ ਉਹਨਾਂ ਨੇ। ਤੇ ਜਿਨ੍ਹਾਂ ਨੂੰ ਅਸੀਂ ਨਿੰਦਿਆ ਉਹਨਾਂ ਨੇ ਦੇਖੋ ਸਾਨੂੰ ਕੀ ਦਿੱਤਾ। ਸਵੇਰ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਲਿਸਟ ਤਿਆਰ ਕਰ ਲਿਓ। ਜਿਨ੍ਹਾਂ ਨੂੰ ਅਸੀਂ ਨਿੰਦਿਆ ਵਿਗਿਆਨੀਆਂ ਨੂੰ, ਉਹਨਾਂ ਨੇ ਕੀ ਦਿੱਤਾ? ਉੱਠਦਿਆਂ ਸਾਰ ਪੇਸਟ ਹੈ, ਬ੍ਰਸ਼ ਹੈ, ਸਾਬਣ ਹੈ, ਜੈਲ ਹੈ, ਗੀਜ਼ਰ ਹੈ, ਪਾਣੀ ਹੈ, ਟੈਪ ਹੈ। ਉਸ ਤੋਂ ਇਲਾਵਾ ਖਾਣ ਲਈ ਸਾਨੂੰ ਅਸੀਂ ਭੋਜਨ ਪਕਾਣਾ ਹੈ, ਗੈਸ ਚੁੱਲ੍ਹੇ ਨੇ, ਲਾਈਟ ਹੈ, ਟਿਊਬ ਹੈ, ਏਸੀ ਹੈ, ਪੱਖਾ ਹੈ, ਕਿੰਨਾ ਕੁਛ ਹੈ। ਘਰੋਂ ਬਾਹਰ ਨਿਕਲਣ ਤੇ ਗੱਡੀਆਂ ਨੇ, ਬੱਸਾਂ, ਜਹਾਜ਼, ਟਰੱਕ, ਕਿੰਨਾ ਕੁਛ ਹੈਗਾ। ਫਿਰ ਫੋਨ ਹੈ, ਕੈਮਰੇ ਨੇ, ਲੈਪਟਾਪ ਹੈ, ਕਿੰਨਾ ਕੁਛ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਉਹਨਾਂ ਵਿਗਿਆਨੀਆਂ ਦੀਆਂ ਕਿੰਨੀਆਂ ਚੀਜ਼ਾਂ ਵਰਤ ਰਹੇ ਹਾਂ। ਸਮਾਜ ਨੂੰ ਉਹ ਚੀਜ਼ਾਂ ਦੇ ਗਏ ਕਿ ਆਹ ਸਾਧ ਸੰਤ ਦੇ ਗਏ। ਜੇ ਐਡੀਸਨ ਵੀ ਬੈਠਾ ਹੁੰਦਾ ਚੌਂਕੜੇ ਮਾਰ ਕੇ, ਭਲਾ ਸਾਡੇ ਰਾਤਾਂ ਦੇ ਹਨੇਰੇ ਕਿਸੇ ਨੂੰ ਦੂਰ ਕਰਨੇ ਸੀ? ਜੋ ਬਲਬ ਨਾ ਦਿੰਦਾ ਸਮਾਜ ਨੂੰ, ਅਸੀਂ ਪਏ ਹੋਣਾ ਸੀ ਕੁੰਦਰਾਂ ਗੁਫਾਵਾਂ ਵਿੱਚ, ਹਨੇਰਿਆਂ ਦੇ ਵਿੱਚ। ਜੇ ਨਿਕੋਲਾ ਟੈਸਲਾ ਉਹ ਏਦਾਂ ਹੀ ਸਮਾਧੀ ਲਾ ਕੇ ਉਹ ਵੀ ਬਹਿ ਜਾਂਦਾ ਤੇ ਇੰਡਕਸ਼ਨ ਮੋਟਰ ਕਿਹਨੇ ਦੇਣੀ ਸੀ? ਇੰਨੀਆਂ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਇੰਡਕਸ਼ਨ ਮੋਟਰਾਂ ਦੇ ਨਾਲ, ਸਭ ਬੰਦ ਹੋ ਜਾਣੀ ਸੀ, ਠੱਪ ਹੋ ਜਾਣੀ ਸੀ। ਜੇ ਇਹ ਲੋਕ ਸਾਨੂੰ ਨਾ ਦਿੰਦੇ ਚੀਜ਼ਾਂ ਜਿਨ੍ਹਾਂ ਦਾ ਦੇਣਾ ਅਸੀਂ ਦੇ ਨਹੀਂ ਸਕਦੇ, ਜਿਨ੍ਹਾਂ ਨੇ ਸਮਾਜ ਨੂੰ ਸੁਖੀ ਸ਼ਾਂਤ ਕੀਤਾ, ਸਹੂਲਤਾਂ ਦਿੱਤੀਆਂ, ਅਸੀਂ ਉਹਨਾਂ ਨੂੰ ਮਾੜਾ ਕਿਹਾ। ਪਰ ਜਿਨ੍ਹਾਂ ਨੇ ਸਾਨੂੰ ਕਰਮਕਾਂਡ ਦਿੱਤੇ, ਜੋਤਿਸ਼ ਦੇ ਨਾਂ ਤੇ ਝੂਠੀ ਜਾਣਕਾਰੀ ਦਿੱਤੀ ਗ੍ਰਹਿਆਂ ਦੀ, ਜਿਨ੍ਹਾਂ ਨੇ ਸਾਨੂੰ ਜੰਤਰ ਮੰਤਰ ਦਿੱਤੇ, ਭੂਤ ਪ੍ਰੇਤ ਦਿੱਤੇ, ਸਾੜ ਸਤੀਆਂ ਦਿੱਤੀਆਂ, ਸਾਨੂੰ ਉਹ ਮਹਾਨ ਲੋਕ ਲੱਗਦੇ ਨੇ ਜਿਨ੍ਹਾਂ ਨੇ ਮਨੁੱਖਤਾ ਦਾ ਨੁਕਸਾਨ ਕੀਤਾ। ਠੀਕ ਹੈ, ਸਾਇੰਸ ਦੀਆਂ ਜਿਹੜੀਆਂ ਚੀਜ਼ਾਂ ਮਿਲੀਆਂ ਅਸੀਂ ਉਹਦੀ ਗਲਤ ਵਰਤੋਂ ਕਰਕੇ ਗਲਤ ਕਰੀਏ, ਉਹ ਗੱਲ ਵੱਖਰੀ ਹੈ। ਪਰ ਸਾਇੰਟਿਸਟਾਂ ਨੇ ਤੇ ਚੰਗੇ ਵਾਸਤੇ ਸਾਨੂੰ ਦਿੱਤਾ ਸੀ ਬਹੁਤ ਕੁਛ, ਅਸੀਂ ਮਾੜਾ ਕਰ ਲਿਆ। ਹੁਣ ਸਾਇੰਸ ਦੇ ਝਰੋਖੇ ਚ ਦੇਖੋ ਵੀ ਇਹ ਬ੍ਰਹਸਪਤ ਹੈ ਕੀ ਹੈ? ਇੱਕ ਗ੍ਰਹਿ ਹੈ ਬੜਾ ਵੱਡਾ। ਸੂਰਜ ਤੋਂ ਇਹ 77 ਕਰੋੜ 83 ਲੱਖ 40,521 ਕਿਲੋਮੀਟਰ ਦੂਰ ਹੈ। ਇਹ ਗ੍ਰਹਿ ਜਿਹੜਾ ਹੈ ਬ੍ਰਹਸਪਤ ਗ੍ਰਹਿ ਸੂਰਜ ਤੋਂ 77 ਕਰੋੜ 83 ਲੱਖ 40,521 ਕਿਲੋਮੀਟਰ ਦੂਰ ਹੈ। ਤੇ ਧਰਤੀ ਤੋਂ ਇਹ ਘੱਟ ਤੋਂ ਘੱਟ ਨੇੜੇ 58 ਕਰੋੜ 80 ਲੱਖ ਕਿਲੋਮੀਟਰ ਹੈ ਤੇ ਵੱਧ ਤੋਂ ਵੱਧ ਦੂਰ 96 ਕਰੋੜ ਲੱਖ ਕਿਲੋਮੀਟਰ ਹੈ। ਇਹਦਾ ਟੈਂਪਰੇਚਰ ਕੀ ਹੈਗਾ ਜੀ? ਬੜਾ ਠੰਡਾ ਗ੍ਰਹਿ ਇਹ, -145 ਡਿਗਰੀ ਸੈਲਸੀਅਸ ਦਾ ਟੈਂਪਰੇਚਰ ਰਹਿੰਦਾ ਹੈ। ਇਸ ਬ੍ਰਹਸਪਤ ਦਾ, ਇਸ ਜੂਪੀਟਰ ਦਾ ਜਿਹੜਾ ਦਿਨ ਹੈਗਾ ਨਾ, ਇੱਕ ਦਿਨ 9 ਘੰਟੇ ਤੇ 55 ਮਿੰਟ ਦਾ ਇੱਕ ਦਿਨ ਹੈ। ਸੂਰਜ ਤੋਂ ਕਿਉਂਕਿ ਬਹੁਤ ਦੂਰ ਹੈ, ਇਸ ਕਰਕੇ ਸੂਰਜ ਦਾ ਚੱਕਰ ਲਾਉਣਾ ਸਾਨੂੰ ਬੜਾ ਟਾਈਮ ਲੱਗ ਜਾਂਦਾ ਹੈ। ਸਾਡੀ ਧਰਤੀ ਨੂੰ ਟਾਈਮ ਲੱਗਦਾ ਹੈ 365 ਸਹੀ 1/4 ਦਿਨ, ਪਰ ਉਹ ਕਿਉਂਕਿ ਦੂਰ ਬੜਾ ਹੈ, ਉਹਨੂੰ ਬੜਾ ਲੰਮਾ ਚੱਕਰ ਲਾਉਣਾ ਪੈਂਦਾ ਹੈ। ਇਸ ਕਰਕੇ ਧਰਤੀ ਦੇ 12 ਸਾਲਾਂ ਦੇ ਬਰਾਬਰ ਬ੍ਰਹਸਪਤ ਦਾ 1 ਸਾਲ ਹੈ। ਤੇ ਇਹ ਬਣਿਆ ਕਿਵੇਂ ਦਾ ਹੈ? 90% ਹਾਈਡਰੋਜਨ, 10% ਹੀਲੀਅਮ, ਕੁਝ ਮਿਥੇਨ ਗੈਸਾਂ ਨੇ, ਥੋੜਾ ਪਾਣੀ ਵੀ ਹੈਗਾ ਉੱਥੇ, ਅਮੋਨੀਆ ਵੀ ਹੈ ਤੇ ਪਥਰੀਲੇ ਕਣਾਂ ਤੋਂ ਬਣਿਆ ਹੋਇਆ ਹੈ। ਤੇ ਜਿਹੜੇ ਕਮਜ਼ੋਰ ਪਤਲੇ ਲੋਕ ਨੇ ਉਹਨਾਂ ਵਾਸਤੇ ਖੁਸ਼ਖਬਰੀ ਵੀ ਹੈ, ਇਹਦਾ ਮੈਗਨੈਟਿਕ ਫੀਲਡ ਜਿਹੜਾ ਨਾ ਉਹ ਬੜਾ ਸਟਰੋਂਗ ਹੈ, ਤਾਕਤਵਰ ਹੈ। ਇਸ ਕਰਕੇ ਇਹਦੀ ਗ੍ਰੈਵਿਟੀ ਫੋਰਸ ਬੜੀ ਤਗੜੀ ਹੈ। ਜਿਹੜੇ ਪਤਲੇ ਕਮਜ਼ੋਰ ਇਨਸਾਨ ਨੇ ਉਹ ਘੱਟ ਭਾਰ ਤੋਂ ਪਰੇਸ਼ਾਨ ਨਾ ਹੋਣ, ਉਹ ਬਿਲਕੁਲ ਠੀਕ ਨੇ, ਸਿਰਫ ਗਲਤ ਗ੍ਰਹਿ ਤੇ ਆ ਗਏ ਨੇ। ਉਹ ਚਲੇ ਜਾਣ ਬ੍ਰਹਸਪਤ ਤੇ, ਜੇ ਉਹਨਾਂ ਦਾ ਭਾਰ ਧਰਤੀ ਤੇ ਵਿਚਾਰਿਆਂ ਦਾ
30 ਕਿਲੋ ਹੈ ਨਾ, ਤੇ ਬ੍ਰਹਿਸਪਤ ਤੇ ਜਾ ਕੇ 75 ਕਿਲੋ ਹੋ ਜਾਂਦਾ ਹੈ, ਬਿਲਕੁਲ ਵਧੀਆ ਫਿੱਟ। ਤੇ ਜਿਨ੍ਹਾਂ ਦਾ 60 ਕਿਲੋ ਭਾਰ ਹੈ ਉਹਨਾਂ ਦਾ 150 ਕਿਲੋ ਦੇ ਬਰਾਬਰ ਹੋ ਜਾਂਦਾ ਹੈ। ਇਸ ਬ੍ਰਹਿਸਪਤ ਨੂੰ ਦੇਖਣ ਵਾਲਾ ਸਭ ਤੋਂ ਪਹਿਲਾ ਇਨਸਾਨ ਜਿਹੜਾ ਹੈਗਾ ਉਹ ਹੈਗਾ ਗੈਲੀਲੀਓ। ਉਹਨੇ ਸਨ 1610 ਦੇ ਵਿੱਚ ਦੂਰਬੀਨ ਦੇ ਨਾਲ ਸਭ ਤੋਂ ਪਹਿਲਾਂ ਇਹਨੇ ਦੇਖਿਆ ਸੀ। ਤੇ ਬ੍ਰਹਿਸਪਤ ਨੂੰ ਜਾਣਨ ਵਾਸਤੇ ਮੈਂ ਤੇ ਹੈਰਾਨ ਆ, ਸਾਡੇ ਜੋਸ਼ੀ ਤਾਂਤਰਿਕ 10 ਰੁਪਏ ਲੈ ਕੇ ਗ੍ਰਹਿ ਦੀ ਦਸ਼ਾ ਬਦਲ ਦਿੰਦੇ ਨੇ। ਲੈ ਤੂੰ 10 ਰੁਪਏ ਦੇ ਤੇ ਮੈਂ ਇਹ ਪੂਰਾ ਗ੍ਰਹਿ ਹੀ ਬਦਲ ਦਿੰਦਾ ਵਾਂ। ਤੇ ਉਹ ਗ੍ਰਹਿ ਨੂੰ ਫਿਰ ਫੋਨ ਕਰ ਦਿੰਦਾ ਵੀ ਇਹ ਬੰਦੇ ਨੇ ਮੈਨੂੰ 10 ਰੁਪਏ ਦੇ ਦਿੱਤੇ ਨੇ, ਹੁਣ ਤੂੰ ਇੱਧਰ ਉੱਧਰ ਚਲਾ ਜਾ। ਗ੍ਰਹਿ ਆਪਣੀ ਦਸ਼ਾ ਬਦਲ ਲੈਂਦਾ ਹੈ। ਜਿਹੜੇ ਕੰਮ ਦੇ ਲਈ ਕਰੋੜਾਂ ਅਰਬਾਂ ਡਾਲਰ ਖਰਚ ਕੀਤੇ ਸਾਇੰਟਿਸਟਾਂ ਨੇ, ਉਹ ਇੰਡੀਆ ਦੇ ਵਿੱਚ 10 ਰੁਪਏ ਚ ਹੋ ਜਾਂਦੇ ਨੇ। ਕਿਸੇ ਵੀ ਪੰਡਿਤ ਪੁਜਾਰੀ ਨੂੰ 10 ਰੁਪਏ ਦਿਓ, ਉਹ ਦਸ਼ਾ ਬਦਲ ਦਿੰਦਾ ਗ੍ਰਹਿਆਂ ਦੀ। ਸ਼ਨੀ ਨੂੰ ਬਦਲ ਦਿੰਦਾ, ਉਹ ਨੈਪਚੂਨ ਨੂੰ ਬਦਲ ਦਿੰਦਾ ਹੈ, ਜੁਪੀਟਰ ਨੂੰ ਬਦਲ ਦਿੰਦਾ ਹੈ, ਸੈਟਰਨ ਨੂੰ ਬਦਲ ਦਿੰਦਾ ਹੈ, ਮਰਕਰੀ ਨੂੰ ਬਦਲ ਦਿੰਦਾ ਹੈ, ਉਹ ਬਦਲ ਦਿੰਦਾ ਜੀ, ਮਾਰਸ ਨੂੰ ਬਦਲ ਦਿੰਦਾ ਹੈ। 10-20 ਰੁਪਏ ਦੇ ਵਿੱਚ ਕੰਮ। ਗ੍ਰਹਿ ਨੂੰ ਪਤਾ ਨਹੀਂ, ਪਤਾ ਲੱਗ ਜਾਂਦਾ ਹੈ ਵੀ ਇਸ ਬੰਦੇ ਦੀ ਜੇਬ ਚੋਂ ਪੈਸੇ ਨਿਕਲ ਕੇ ਹੁਣ ਇਹਦੀ ਜੇਬ ਚ ਚਲੇ ਗਏ ਨੇ, ਹੁਣ ਮੈਂ ਦਸ਼ਾ ਬਦਲ ਲਵਾਂ ਆਪਣੀ। ਔਰ ਉਸ ਗ੍ਰਹਿ ਦੇ ਬਾਰੇ ਜਾਣਨ ਵਾਸਤੇ ਸਾਇੰਟਿਸਟ ਕਰੋੜਾਂ ਅਰਬਾਂ ਡਾਲਰ ਖਰਚਣੇ ਪੈਂਦੇ ਨੇ। ਹੁਣ ਤੱਕ ਵਿਗਿਆਨੀਆਂ ਵੱਲੋਂ 8 ਮਿਸ਼ਨ ਬ੍ਰਹਿਸਪਤ ਤੇ ਜੁਪੀਟਰ ਤੇ ਭੇਜੇ ਜਾ ਚੁੱਕੇ ਨੇ। 1973 ਵਿੱਚ ਪਾਇਓਨੀਅਰ ਸਭ ਤੋਂ ਪਹਿਲਾ ਮਿਸ਼ਨ, ਪਾਇਓਨੀਅਰ 10, ਦੂਜਾ ਮਿਸ਼ਨ ਪਾਇਓਨੀਅਰ 11, ਤੀਜਾ ਮਿਸ਼ਨ ਭੇਜਿਆ ਸੀ ਬ੍ਰਹਿਸਪਤ ਦੇ ਉੱਪਰ ਵਾਈਜ਼ਰ 1, ਚੌਥਾ ਮਿਸ਼ਨ ਭੇਜਿਆ ਸੀ ਵਾਈਜ਼ਰ 2, ਪੰਜਵਾਂ ਮਿਸ਼ਨ ਭੇਜਿਆ ਸੀ ਗੈਲੀਲੀਓ, 6ਵਾਂ ਮਿਸ਼ਨ ਦਾ ਨਾਮ ਹੈ ਕਾਸੀਨੀ, 7ਵਾਂ ਮਿਸ਼ਨ ਭੇਜਿਆ ਸੀ ਬੁੱਧ ਉੱਪਰ ਯੂਲਿਸਸ, ਤੇ 8ਵਾਂ ਭੇਜਿਆ ਸੀ ਹੋਰਾਜ਼ਾਈਨ। ਗ੍ਰਹਿ ਦੀ ਜਾਣਕਾਰੀ ਲੈਣ ਵਾਸਤੇ, ਖੋਜਣ ਵਾਸਤੇ। ਸਾਡੇ ਵਾਲੇ 10 ਰੁਪਏ ਲੈ ਕੇ ਦਸ਼ਾ ਹੀ ਬਦਲ ਦਿੰਦੇ ਨੇ। ਅਸੀਂ ਕਿੱਥੇ ਖੜੇ ਹਾਂ? ਅਸੀਂ ਅੱਜ ਵੀ ਮੰਨ ਰਹੇ ਇਹਨਾਂ ਚੀਜ਼ਾਂ ਨੂੰ। ਜੋਤਿਸ਼ ਝੂਠ ਦੇ ਬੇਸ ਤੇ ਖੜਾ ਹੈ। ਕਿਸ ਦਿਨ ਮੌਕਾ ਲੱਗਿਆ ਤੇ ਮੈਂ ਜੋਤਿਸ਼ ਦੇ ਉੱਤੇ ਹੀ ਦੱਸਾਂਗਾ ਵੀ ਜੋਤਿਸ਼ ਦਾ ਇਹਨਾਂ ਗ੍ਰਹਿਆਂ ਨਾਲ ਕੀ ਸੰਬੰਧ ਹੈ ਤੇ ਕਿਵੇਂ ਝੂਠ ਦੇ ਬੇਸ ਤੇ ਖੜਾ ਹੈ। ਤੇ ਝੂਠ ਦੇ ਬੇਸ ਤੇ ਖੜੇ ਜੋਤਿਸ਼ ਦੇ ਗ੍ਰਹਿਆਂ ਨਾਲ ਸੰਬੰਧਿਤ ਸਾਰੀ ਜਾਣਕਾਰੀ ਫੇਕ ਹੈ, ਝੂਠੀ ਹੈ, ਬੋਗਸ ਹੈ। ਹੁਣ ਗੁਰਬਾਣੀ ਦੀ ਰੋਸ਼ਨੀ ਚ ਵਿਚਾਰਦੇ ਹਾਂ ਵੀ ਸਾਡੇ ਸੁੱਖਾਂ ਤੇ ਦੁੱਖਾਂ ਦਾ ਕਾਰਨ ਕੀ ਹੈ। ਅਸੀਂ ਵੀਰਵਾਰ ਨੂੰ ਕਿੱਦਾਂ ਜੀਵੀਏ ਕਿ ਸੁਖੀ ਤੇ ਸ਼ਾਂਤ ਹੋ ਜਾਈਏ, ਸਾਡਾ ਜੀਵਨ ਸੁਖਦਾਈ ਹੋ ਜਾਏ। ਤੇ ਭਗਤ ਕਬੀਰ ਜੀ ਨੇ ਫਿਰ ਉਹੀ ਜਵਾਬ ਕਹਿੰਦੇ, 4 ਕੰਮ ਕਰੀ ਵੀਰਵਾਰ ਨੂੰ, ਤੂੰ ਸੁਖੀ ਤੇ ਸ਼ਾਂਤ ਹੋ ਜਾਏਗਾ। 4 ਕੰਮ। ਪਹਿਲਾ ਕੰਮ ਕਿਹੜਾ? ਬ੍ਰਹਿਸਪਤ ਵਿਖਿਆ ਦੇ ਬਹਾਏ। ਬ੍ਰਹਿਸਪਤ ਤੈਨੂੰ ਸਿਹਾਰੀ, ਵੈਸੇ ਤੇ ਬ੍ਰਹਿਸਪਤ ਜਿਹੜਾ ਹੈ ਉਹ ਆਪਣੀ ਮੌਲਿਕ ਸਿਹਾਰੀ ਨਾਲ ਲੈ ਕੇ ਆਇਆ। ਇਹ ਮੌਲਿਕ ਸਿਹਾਰੀ ਵਾਲਾ ਹੈ, ਪਰ ਜਿਵੇਂ ਉੱਥੇ ਬੁੱਧਵਾਰ ਦੇ ਰਾਰੇ ਨੂੰ ਸਿਹਾਰੀ ਸੀ, ਵਾਰ ਮੈਨੇ ਦਿਨ ਵਿੱਚ, ਜੇ ਏਦਾਂ ਵੀ ਕਿਰਤ ਕਰੇ ਤੇ ਕਾਰ ਕਿਰਤ ਬ੍ਰਹਿਸਪਤ ਵਾਲੇ ਦਿਨ ਵੀ ਹੋ ਸਕਦਾ ਹੈ, ਪਰ ਵੈਸੇ ਇਹ ਆਪਣੀ ਮੌਲਿਕ ਸਿਹਾਰੀ ਨਾਲ ਲੈ ਕੇ ਆਏ। ਬ੍ਰਹਿਸਪਤ ਨੂੰ ਕੀ ਕਰੇ? ਵਿਖਿਆ ਦੇ ਬਹਾਏ। ਵਿਖਿਆ ਮੈਨੇ ਮਾਇਆ, ਦੇ ਬਹਾਏ ਮੈਨੇ ਰੋੜ ਦਿੰਦਾ ਵੈ, ਵਹਾ ਦਿੰਦਾ ਵੈ। ਉਹ ਮਨੁੱਖ ਰੱਬ ਦਾ ਪਿਆਰਾ ਵੀਰਵਾਰ ਨੂੰ ਵਰਤ ਨਹੀਂ ਰੱਖਦਾ, ਵੀਰਵਾਰ ਨੂੰ ਪੀਲੀਆਂ ਚੀਜ਼ਾਂ ਦਾਨ ਨਹੀਂ ਕਰਦਾ, ਵੀਰਵਾਰ ਨੂੰ ਕਰਮ ਨਹੀਂ ਕੱਢਦਾ, ਉਹ ਆਪਣੇ ਅੰਦਰੋਂ ਮਾਇਆ ਨੂੰ ਰੋੜ ਦਿੰਦਾ ਹੈ। ਮਾਇਆ ਨੂੰ ਰੋੜ ਦਿੰਦਾ ਹੈ। ਵਿਖਿਆ ਦੇ ਬਹਾਏ, ਵਿਖਿਆ ਨੂੰ ਵਹਾ ਦਿੰਦਾ ਵੈ। ਇਹਦਾ ਮਤਲਬ ਕੀ ਹੈ? ਉਹ ਪੈਸੇ ਲੈ ਕੇ ਦਰਿਆ ਚ ਸੁੱਟ ਦਿੰਦਾ ਵੈ, ਜਾਂ ਉਹ 100 ਦੇ ਨੋਟ ਦੀ ਕਿਸ਼ਤੀ ਬਣਾ ਕੇ ਵਹਾ ਦਿੰਦਾ ਹੈ ਦਰਿਆ ਦੇ ਵਿੱਚ, ਬਹਿ ਜਾਏਗੀ। ਇੱਥੇ ਮਾਇਆ ਦੀ ਗੱਲ ਪੈਸੇ ਨਾਲ ਸੰਬੰਧ, ਮਾਇਆ ਸੋਚ ਦਾ ਨਾਮ ਹੈ। ਉਹ ਵਾਲੀ ਸੋਚ ਜਿਹੜੀ ਸਾਨੂੰ ਰੱਬ ਨਾਲ ਤੋੜ ਦਿੰਦੀ ਹੈ, ਉਹ ਵਾਲੀ ਸੋਚ ਜਿਹੜੀ ਰੱਬੀ ਗੁਣਾਂ ਤੋਂ ਦੂਰ ਕਰ ਦਿੰਦੀ ਹੈ, ਉਹ ਵਾਲੀ ਸੋਚ ਜਿਹੜੀ ਸਵਾਰਥ ਪੈਦਾ ਕਰਦੀ ਹੈ, ਉਹ ਵਾਲੀ ਸੋਚ ਜਿਹੜੀ ਮੋਹ ਪੈਦਾ ਕਰਦੀ ਹੈ, ਉਸ ਸੋਚ ਦਾ ਨਾਮ ਹੈ ਮਾਇਆ। ਉਹ ਭੈੜੀ ਸੋਚ ਨੂੰ ਵਹਾ ਦਿੰਦਾ ਹੈ, ਰੋੜ ਦਿੰਦਾ ਹੈ, ਖਤਮ ਕਰ ਦਿੰਦਾ ਹੈ ਵੀ ਮੈਨੂੰ ਹੁਣ ਤੇਰੀ ਲੋੜ ਨਹੀਂ। ਉਸ ਸੋਚ ਦਾ ਨਾਮ ਹੈ ਮਾਇਆ। ਇਹ ਮਾਇਆ ਜਿਤ ਹਰ ਵਿਸਰੈ, ਉਹ ਇਹ ਸੋਚ ਹੈ ਮਾਇਆ ਜਿਹਦੇ ਨਾਲ ਰੱਬ ਭੁੱਲ ਜਾਂਦਾ ਹੈ। ਮੋਹ ਉਪਜੈ, ਮੋਹ ਪੈਦਾ ਹੋ ਜਾਂਦਾ ਹੈ, ਮੇਰੇ ਬੱਚੇ, ਮੇਰਾ ਘਰ ਹੈ, ਮੇਰੀ ਕੋਠੀ ਹੈ, ਮੇਰੀ ਜਾਇਦਾਦ। ਭਾਵ ਦੂਜਾ ਲਾਇਆ, ਦੂਜਾ ਭਾਵ ਦਵੈਸ਼ ਪਿਆਰ ਪੈਦਾ ਹੋ ਜਾਂਦਾ ਹੈ, ਇਹ ਮੇਰੇ ਆਪਣੇ ਨੇ, ਉਹ ਬੇਗਾਨੇ ਨੇ। ਸਵਾਰਥ ਦੀ ਭਾਵਨਾ ਆ ਜਾਂਦੀ ਹੈ, ਸਵਾਰਥ ਵਿੱਚ ਜ਼ਿੰਦਗੀ ਜਿਉਣ ਲੱਗ ਜਾਂਦਾ ਹੈ, ਦੂਜੇ ਦੀ ਪਰਵਾਹ ਨਹੀਂ ਮੰਨਦਾ ਫਿਰ। ਉਹ ਸੋਚ ਜਿਹੜੀ ਸਾਨੂੰ ਸਵਾਰਥੀ ਬਣਾ ਦਿੰਦੀ ਹੈ,
ਸਾਡੇ ਚ ਮੋਹ ਪੈਦਾ ਕਰਕੇ ਮੇਰ ਤੇਰ ਦੇ ਵਿਤਕਰੇ ਖੜੇ ਕਰ ਦਿੰਦੀ ਹੈ ਤੇ ਰੱਬੀ ਗੁਣਾਂ ਨੂੰ ਭੁਲਾ ਦਿੰਦੀ ਹੈ। ਉਸ ਸੋਚ ਦਾ ਨਾਮ ਹੈ ਮਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਵੀਰਵਾਰ ਨੂੰ ਕੀ ਕਰੇ, ਆ ਜਿਹੜੀ ਭੈੜੀ ਸੋਚ ਹੈ ਨਾ, ਸਵਾਰਥ ਵਾਲੀ, ਮੋਹ ਵਾਲੀ, ਇਹਨੂੰ ਵਹਾ ਦੇਵੇ। ਧਰਮੀ ਕੀ ਕਰਦਾ, ਇਹਨੂੰ ਵਹਾ ਦਿੰਦਾ ਹੈ। ਬ੍ਰਹਸਪਤ ਵਿਖਿਆ ਦੇ ਵਿਹਾਏ। ਇਸ ਕਰਕੇ ਵੀਰਵਾਰ ਨੂੰ ਪਹਿਲਾ ਕੰਮ ਕਿਹੜਾ ਕਰੇ ਜੀ, ਗੁਰੂ ਗਿਆਨ ਦੇ ਦੀਵੇ ਦੀ ਰੋਸ਼ਨੀ ਦੇ ਵਿੱਚ ਇਹ ਗੱਲ ਗੁਰੂ ਦੇ ਉਪਦੇਸ਼ ਦੀ ਸਿੱਖ ਲਵੇ ਕਿ ਆਪਣੇ ਅੰਦਰੋਂ ਸਵਾਰਥ ਵਾਲੀ, ਮੋਹ ਵਾਲੀ ਸੋਚ ਖਤਮ ਕਰ ਦੇਵੇ, ਨੇਰਤੇ ਦੇ ਵਿਤਕਰੇ ਦੂਰ ਕਰ ਦੇਵੇ, ਈਰਖਾ ਤੇ ਨਫ਼ਰਤ ਦੂਰ ਕਰ ਦੇਵੇ, ਅਗਿਆਨਤਾ ਨੂੰ ਦੂਰ ਕਰ ਦੇਵੇ, ਲਾਲਚ ਨੂੰ ਦੂਰ ਕਰ ਦੇਵੇ। ਦੂਜਾ ਕੰਮ ਕੀ ਕਰੇ, ਤੀਨ ਦੇਵ ਏਕ ਸੰਗ ਲਾਏ। ਤੀਨ ਦੇਵ ਜਿਹੜੇ ਮਾਇਆ ਦੇ ਤਿੰਨ ਦੇਵਤੇ ਨੇ ਨਾ, ਰਜੋ, ਤਮੋ, ਸਤੋ, ਗੁਣ, ਜਿਹਦੀ ਅਸੀਂ ਕਈ ਵਾਰੀ ਵਿਚਾਰ ਕਰ ਚੁੱਕੇ ਹਾਂ ਆਲਰੇਡੀ। ਮੈਨੂੰ ਇੱਥੇ ਵਿਸਥਾਰ ਕਰਨ ਦੀ ਲੋੜ ਨਹੀਂ। ਰਜੋ, ਤਮੋ, ਸਤੋ ਦੀ ਸਮਾਂ ਬਿਲਕੁਲ ਸਮਾਪਤੀ ਤੇ ਹੈ। ਮਾਇਆ ਦੇ ਜਿਹੜੇ ਤਿੰਨ ਗੁਣ ਨੇ, ਰਜੋ, ਤਮੋ, ਸਤੋ, ਏਕ ਸੰਗ ਲਾਏ, ਇੱਕ ਦੀ ਸੰਗਤ ਵਿੱਚ ਜੋੜ ਦੇਵੇ, ਇੱਕ ਰੱਬ ਦੀ ਯਾਦ ਵਿੱਚ ਲੀਨ ਕਰ ਦੇਵੇ। ਰਜੋ, ਤਮੋ ਤੇ ਸਤੋ ਤਿੰਨਾਂ ਗੁਣਾਂ ਨੂੰ ਇੱਕ ਰੱਬ ਦੀ ਯਾਦ ਵਿੱਚ ਜੋੜ ਦੇਵੇ। ਰਜੋ, ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦਾ, ਬਿਲਕੁਲ ਸਿੰਪਲ ਜੀ। ਜਿਵੇਂ ਮੰਨ ਲਓ ਕੋਈ ਰੇਸ ਦੇ ਉੱਪਰ ਪੈਰ ਦੇਈ ਰੱਖੇ, ਐਕਸੀਲੇਟਰ ਦਬਾਈ ਜਾਏ, ਰੇਸ ਦੇਈ ਜਾਏ, ਇਹ ਹੈ ਰਜੋ ਗੁਣ। ਦੂਜਾ ਤਮੋ ਗੁਣ, ਜਿਵੇਂ ਕੋਈ ਬ੍ਰੇਕ ਦੇ ਉੱਪਰ ਪੈਰ ਰੱਖ ਦੇ ਵੀ ਗੱਡੀ ਤੋਰੇ ਹੀ ਨਾ। ਤੀਜਾ ਸਤੋ ਗੁਣ, ਜਿਹੜਾ ਬੈਲੈਂਸ ਕਰੇ, ਸਟੀਅਰਿੰਗ ਹੱਥ 'ਚ ਫੜ ਕੇ ਵੀ ਨਾਲ ਦੇਖੇ ਵੀ ਕਦੋਂ ਬ੍ਰੇਕ ਲਾਣੀ, ਕਦੋਂ ਰੇਸ ਦੇਣੀ। ਪਰ ਜਾਣਾ ਕਿੱਥੇ ਹੈ, ਗੱਡੀ ਤੇ ਚਲਾਣੀ ਆਂਦੀ ਹੋਵੇ, ਰਜੋ ਗੁਣ ਵੀ ਹੋਵੇ, ਰੇਸ ਦੇਣੀ ਵੀ ਆਂਦੀ ਹੋਵੇ, ਤਮੋ ਗੁਣ ਹੋਵੇ, ਬ੍ਰੇਕ ਲਾਣੀ ਵੀ ਆਂਦੀ ਹੋਵੇ, ਸਤੋ ਗੁਣ ਹੋਵੇ, ਬੈਲੈਂਸ ਵੀ ਕਰ ਸਕਦਾ ਹੋਵੇ ਗੱਡੀ ਨੂੰ, ਸਟੀਅਰਿੰਗ ਵੀ ਫੜ ਸਕਦਾ ਹੋਵੇ। ਪਰ ਜਾਵੇ ਉਹ ਠੇਕੇ ਤੇ, ਜਾਵੇ ਉਹ ਨਸ਼ੇ ਲੈਣ, ਜਾਵੇ ਉਹ ਪਾਪ ਕਰਨ ਵਾਸਤੇ, ਜਾਵੇ ਉਹ ਕਿਸੇ ਦਾ ਨੁਕਸਾਨ ਕਰਨ, ਕਿਸੇ ਦਾ ਮਰਡਰ ਕਰਨ ਜਾਵੇ, ਤੇ ਗਲਤ ਹੈ ਨਾ। ਹੁਣ ਇਹਨਾਂ ਤਿੰਨਾਂ ਗੁਣਾਂ ਨੂੰ ਇੱਕ ਪਾਸੇ ਜੋੜ ਦੇਵੇ, ਰੱਬ ਵਾਲੇ ਪਾਸੇ ਤੋਰ ਲਵੇ ਗੱਡੀ, ਸੱਚ ਵਾਲੇ ਪਾਸੇ ਆਪਣੀ ਗੱਡੀ ਦੀ ਡਾਇਰੈਕਸ਼ਨ ਕਰ ਲਵੇ, ਇਮਾਨਦਾਰੀ ਵਾਲੇ ਪਾਸੇ ਆਪਣੀ ਗੱਡੀ ਚਲਾ ਲਵੇ। ਇਹਨੂੰ ਕਹਿੰਦੇ ਨੇ ਤੀਨ ਦੇਵ ਏਕ ਸੰਗ ਲਾਏ। ਰਜੋ, ਤਮੋ, ਸਤੋ, ਇਹ ਜਿਹੜੇ ਗੁਣ ਨੇ, ਉਹ ਗੁਣ ਨਹੀਂ ਹਨ, ਇਹ ਮਾਇਆ ਦੇ ਗੁਣ ਨੇ ਜਿਨ੍ਹਾਂ ਨਾਲ ਸੰਸਾਰ ਚੱਲ ਰਿਹਾ ਹੈ। ਇਹਨਾਂ ਗੁਣਾਂ ਦੇ ਨਾਲ ਗਲਤ ਕੰਮ ਕਰਨ ਦੀ ਬਜਾਏ, ਗਲਤ ਡਾਇਰੈਕਸ਼ਨ ਵਿੱਚ ਜਾਣ ਦੀ ਬਜਾਏ ਸਹੀ ਦਿਸ਼ਾ ਵੱਲ ਜਾਣਾ ਸ਼ੁਰੂ ਕਰ ਦੇਵੇ। ਇੱਕ ਰੱਬ ਵਾਲੇ ਪਾਸੇ ਇਹਨਾਂ ਬਿਰਤੀਆਂ ਨੂੰ ਜੋੜ ਲਵੇ, ਏਕ ਸੰਗ ਲਾਏ। ਧਰਮ ਵਾਲੇ ਪਾਸੇ, ਗੁਣਾਂ ਵਾਲੇ ਪਾਸੇ, ਉਦਾਹਰਨ ਦੇ ਤੌਰ ਤੇ ਬੂਟਾ ਲਾਣਾ ਰਜੋ ਗੁਣ ਹੈ, ਬੂਟਾ ਪੁੱਟ ਦੇਣਾ ਤਮੋ ਗੁਣ ਹੈ, ਬੂਟੇ ਨੂੰ ਖਾਦ ਪਾਣੀ ਦੇਣਾ ਸਤੋ ਗੁਣ ਹੈ। ਹੁਣ ਬੂਟਾ ਲਗਾਇਆ, ਰਜੋ, ਤਮੋ, ਸਤੋ ਗੁਣ ਨੂੰ ਸੰਸਾਰ ਵਿੱਚ ਵਰਤਿਆ, ਜ਼ਹਿਰ ਦੇ ਬੂਟੇ ਬੀਜੇ, ਅੰਮ੍ਰਿਤ ਦੇ ਪੁੱਟ ਸੁੱਟੀ ਗਏ। ਨਹੀਂ, ਇਹ ਕੀ ਕਰੇ, ਅੰਮ੍ਰਿਤ ਦੇ ਬੂਟੇ ਬੀਜ ਕੇ ਜ਼ਹਿਰ ਦੇ ਬੂਟੇ ਪੁੱਟ ਕੇ ਸੁੱਟੇ। ਸਤ ਸੰਤੋਖ ਨੂੰ ਬੀਜ ਦੇਵੇ ਤੇ ਕਾਮ, ਕ੍ਰੋਧ, ਲੋਭ, ਮੋਹ ਦੇ ਬੂਟੇ ਪੁੱਟ ਕੇ ਬਾਹਰ ਕੱਢ ਦੇਵੇ। ਕਾਮ, ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਪਾਈ, ਜਿਉ ਗੋਡੋ ਤੇ ਤੁਮ ਸੁਖ ਪਾਓ, ਕਿਰਤ ਨਾ ਮਿਟਿਆ ਜਾਈ। ਇਹਨਾਂ ਗੁਣਾਂ ਦੀ ਚੰਗੀ ਵਰਤੋਂ ਕਰ ਲਵੇ, ਸਹੀ ਵਰਤੋਂ ਕਰੇ, ਏਕ ਸੰਗ ਲਾਏ, ਇੱਕ ਪ੍ਰਭੂ ਨਾਲ ਜੋੜ ਲਵੇ। ਭਾਵ ਕੀ ਕਰੇ, ਰਜੋ, ਤਮੋ, ਸਤੋ ਇਹਨਾਂ ਬਿਰਤੀਆਂ ਨੂੰ ਆਪਣੇ ਅਧੀਨ ਕਰਕੇ ਰੱਬ ਵਾਲੇ ਪਾਸੇ ਲਾ ਦੇਵੇ। ਇਹਦੇ ਅੰਦਰ ਸਹਿਣਸ਼ੀਲਤਾ ਹੋਵੇ, ਇਹਦੇ ਅੰਦਰ ਨੇਕ ਨੀਤੀ ਹੋਵੇ, ਇਹਦੇ ਅੰਦਰ ਸੱਚਾਈ ਹੋਵੇ, ਪ੍ਰੇਮ ਹੋਵੇ, ਇਮਾਨਦਾਰੀ ਹੋਵੇ। ਤੀਨ ਦੇਵ ਏਕ ਸੰਗ ਲਾਏ, ਭਾਵ ਆਪਣੇ ਮਨ, ਬਚਨ, ਕਰਮ ਨੂੰ ਇੱਕ ਰੱਬ ਨਾਲ ਜੋੜ ਦੇਵੇ। ਆਪਣੇ ਇਹਨਾਂ ਤਿੰਨਾਂ ਗੁਣਾਂ ਨੂੰ ਰੱਬੀ ਗੁਣਾਂ ਦੀ ਯਾਦ ਵਿੱਚ ਜੋੜ ਦੇਵੇ। ਰੱਬੀ ਗੁਣਾਂ ਦੇ ਬੂਟੇ ਬੀਜੇ, ਵਿਕਾਰਾਂ ਦੇ ਬੂਟੇ ਪੁੱਟ ਕੇ ਸੁੱਟੀ ਜਾਏ। ਇਸ ਤੋਂ ਅੱਗੇ ਹੋਰ ਕੀ ਕਰੇ ਜੀ, ਤੀਜਾ ਕੰਮ ਕੀ ਕਰੇ, ਤੀਨ ਨਦੀ ਤਹਿ ਤ੍ਰਿਕੁਟੀ ਮਾਹੇ। ਜਿਹੜੀਆਂ ਤਿੰਨ ਨਦੀਆਂ ਨੇ ਨਾ, ਆ ਰਜੋ, ਤਮੋ, ਸਤੋ ਗੁਣ ਦੀਆਂ, ਤ੍ਰਿਕੁਟੀ ਮੈਨੇ ਤਿੰਨ ਕੁਟੀਆਂ, ਤਿੰਨ ਤਿਉੜੀਆਂ। ਤਿਉੜੀ ਲਫ਼ਜ਼ ਹੀ ਤਿੰਨ ਤੋਂ ਪਿਆ, ਜਦੋਂ ਮੱਥੇ ਉੱਪਰ ਤਿੰਨ ਵੱਲ ਪੈ ਜਾਂਦੇ ਨੇ, ਅਸੀਂ ਕਹਿੰਦੇ ਤਿਉੜੀ ਪੈ ਗਈ, ਤ੍ਰਿਕੁਟੀ ਪੈ ਗਈ। ਤਿੰਨ ਲਾਈਨਾਂ ਬਣ ਗਈਆਂ, ਤਿੰਨ ਵਿੰਗੀਆਂ ਲਕੀਰਾਂ ਬਣ ਗਈਆਂ, ਉਹਨੂੰ ਕਹਿੰਦੇ ਤ੍ਰਿਕੁਟੀ। ਤੇ ਤ੍ਰਿਕੁਟੀ ਦਾ ਅਰਥ ਹੈ ਖਿਜਣਾ, ਐਵੇਂ ਖਿਜੀ ਚਲੇ ਜਾਣਾ, ਗੁੱਸੇ ਹੋ ਜਾਣਾ, ਨਾਰਾਜ਼ ਹੋ ਜਾਣਾ। ਆ ਜਿਹੜੀ ਤਿੰਨ ਰਜੋ, ਤਮੋ, ਸਤੋ ਦੀ ਤ੍ਰਿਕੁਟੀ ਹੈ ਨਾ, ਖਿਜ ਜਿਹੜੀ ਹੈ, ਜਿਹਨੂੰ ਅਸੀਂ ਸਿੱਧਾ ਕਹਿ ਲਈਏ ਖਿਜ, ਇਸ ਖਿਜ ਨੂੰ ਦੂਰ ਕਰ ਦੇਵੇ, ਨਫ਼ਰਤ ਨੂੰ ਦੂਰ ਕਰ ਦੇਵੇ, ਕਿਸੇ ਦੂਜੇ ਨਾਲ ਜਿਹੜੀ ਈਰਖਾ ਬਣਾਈ ਬੈਠਾ ਉਹਨੂੰ ਦੂਰ ਕਰ ਦੇਵੇ।
ਜੀਵਨ ਨੂੰ ਸੁਖੀ ਤੇ ਸ਼ਾਂਤ ਬਣਾਉਣਾ ਹੈ। ਕਬਰਾਂ ਤੇ ਦੀਵੇ ਜਗਾਉਣ ਨਾਲ ਕੁਛ ਨਹੀਂ ਹੋਣਾ, ਜਾਂ ਬ੍ਰਹਸਪਤ ਦੇ ਨਾਂ ਤੇ ਲੱਡੂ ਵੰਡਣ ਨਾਲ ਕੁਛ ਨਹੀਂ ਹੋਣਾ, ਮਾਂ ਦੀ ਦਾਲ ਚੜਾਉਣ ਨਾਲ ਕੁਛ ਨਹੀਂ ਹੋਣਾ, ਵਰਤ ਰੱਖਣ ਨਾਲ ਕੁਛ ਨਹੀਂ ਹੋਣਾ। ਆਪਣੀ ਖਿਝ ਦੂਰ ਕਰੇ ਆਪਣੇ ਅੰਦਰ, ਸਾਡਾ ਅੰਦਰ ਗੁੱਸਾ ਖਿਝ ਭਰੀ ਹੈ ਨਾ, ਨਫ਼ਰਤ ਜਿਹੜੀ ਭਰੀ ਹੈ, ਦੂਜੇ ਪ੍ਰਤੀ ਘਿਰਣਾ ਭਰੀ ਹੋਈ ਹੈ, ਇਹਨੂੰ ਦੂਰ ਕਰ ਦੇਵੇ, ਇਹਨੂੰ ਖਤਮ ਕਰੇ। ਚੌਥਾ ਕੰਮ ਕੀ ਕਰੇ? ਅਹਨਸ ਕਸਮਲ ਧੋਵੈ ਨਾਹੀਂ। ਇਹ ਮੈਨੇ ਦਿਨ, ਨਿਸ ਮੈਨੇ ਰਾਤ, ਦਿਨੇ ਵੀ ਰਾਤ ਵੀ, ਹਰ ਸਮੇਂ 24 ਘੰਟੇ ਹਮੇਸ਼ਾ ਹੀ ਕਸਮਲ, ਕਸਮਲ ਦਾ ਅਰਥ ਹੁੰਦਾ ਹੈ ਪਾਪ। ਧੋਵੈ, ਧੋਵੈ ਮੈਨੇ ਧੋਣਾ, ਨਾਹੀਂ, ਧੋਵੈ ਨਾਹੀਂ ਭਾਵ ਨਹੀਂ ਪੈਂਦੇ, ਧੋਣੇ ਨਹੀਂ ਪੈਂਦੇ। ਦਿਨ ਰਾਤ ਵਿਕਾਰ ਧੋਣ ਦੀ ਲੋੜ ਨਹੀਂ, ਸਿਰਫ ਰੱਬੀ ਗੁਣਾਂ ਨਾਲ ਸਾਂਝ ਪਾਉਣ ਦੀ ਲੋੜ ਹੈ। ਭਾਵ ਜਿਹੜੇ ਦਿਨ ਰਾਤ ਮੰਦ ਕਰਮ ਕਰਦੇ ਨੇ, ਉਹ ਇਹਨਾਂ ਨੂੰ ਧੋਵੈ ਨਾਹੀਂ ਭਾਵ ਧੋਂਦੇ ਨਹੀਂ ਹਨ, ਉਹ ਇਹਨਾਂ ਪਾਪਾਂ ਨੂੰ ਧੋਂਦੇ ਨਹੀਂ ਹਨ, ਇਸ ਕਰਕੇ ਦੁਖੀ ਹੋ ਜਾਂਦੇ ਨੇ। ਫਿਰ ਕੀ ਕਰੀਏ? ਦਿਨ ਰਾਤ ਇਹਨਾਂ ਪਾਪਾਂ ਨੂੰ ਧੋ ਕੇ ਸਾਫ਼ ਰੱਖੀਏ, ਆਪਣੀ ਸੁਰਤ, ਆਪਣੀ ਸੋਚ ਨੂੰ ਸਾਫ਼ ਰੱਖੀਏ, ਆਪਣੀ ਬਿਰਤੀ ਨੂੰ ਸਾਫ਼ ਰੱਖੀਏ। ਸਾਡੇ ਸੁੱਖ ਤੇ ਦੁੱਖ ਦਾ ਸੰਬੰਧ ਕਿਸੇ ਚੰਗੇ ਦਿਨ ਦੇ ਨਾਲ ਜਾਂ ਅਸ਼ੁਭ ਦਿਨ ਦੇ ਨਾਲ ਨਹੀਂ ਹੈ, ਵੀ ਫਲਾਣਾ ਦਿਨ ਚੰਗਾ ਹੈ, ਫਲਾਣਾ ਮਾੜਾ ਹੈ, ਫਲਾਣਾ ਗ੍ਰਹਿ ਚੰਗਾ, ਫਲਾਣਾ ਮਾੜਾ ਹੈ। ਸਾਡੇ ਸੁੱਖ ਦੁੱਖ ਦਾ ਸੰਬੰਧ ਕਿਸੇ ਸ਼ੁਭ ਜਾਂ ਅਸ਼ੁਭ ਦਿਨ ਦੇ ਨਾਲ ਨਹੀਂ ਹੁੰਦਾ। ਸਾਡੇ ਸੁੱਖ ਦੁੱਖ ਦਾ ਸੰਬੰਧ ਸਾਡੀ ਸੋਚ ਦੇ ਨਾਲ ਹੈ, ਸਾਡੇ ਬੋਲਾਂ ਦੇ ਨਾਲ ਹੈ, ਅਸੀਂ ਕਿਸ ਤਰ੍ਹਾਂ ਦੇ ਬੋਲ ਬੋਲਦੇ ਹਾਂ, ਸਾਡੇ ਵਿਹਾਰ ਦੇ ਨਾਲ, ਅਸੀਂ ਦੂਜੇ ਨਾਲ ਕਿੱਦਾਂ ਦਾ ਵਿਹਾਰ ਕਰਦੇ ਹਾਂ, ਇਹਦੇ ਤੇ ਨਿਰਭਰ ਹੈ ਸਾਡੇ ਸੁੱਖ ਦੁੱਖ। ਜੇ ਵੀਰਵਾਰ ਵਾਲੇ ਦਿਨ ਅਸੀਂ ਸੁੱਖ ਸ਼ਾਂਤੀ ਚਾਹੁੰਦੇ ਹਾਂ, ਆਨੰਦ ਚਾਹੁੰਦੇ ਹਾਂ, ਤੇ ਕੀ ਕਰਨਾ ਪਏਗਾ? ਸਾਨੂੰ ਸਵਾਰਥ ਵਾਲੀ ਸੋਚ ਛੱਡਣੀ ਪਏਗੀ, ਰਜੋ ਤਮੋ ਸਤੋ ਗੁਣ ਨੂੰ ਅਧੀਨ ਕਰਕੇ ਚੰਗੇ ਪਾਸੇ ਵਰਤਣਾ ਪਏਗਾ, ਆਪਣੇ ਅੰਦਰੋਂ ਖਿਝ ਦੂਰ ਕਰਨੀ ਪਏਗੀ, ਤੇ ਆਪਣੇ ਪਾਪਾਂ ਨੂੰ ਧੋ ਕੇ ਸਾਫ਼ ਕਰਨਾ ਪਏਗਾ। ਇਹ 4 ਤਰੀਕੇ ਅਸੀਂ ਵਰਤਾਂਗੇ ਤੇ ਸਾਡੀ ਜ਼ਿੰਦਗੀ ਵਿੱਚ ਵੀਰਵਾਰ ਦਾ ਦਿਨ ਸ਼ੁਭ ਹੋ ਜਾਏਗਾ। ਭਾਵ ਸਾਨੂੰ ਕਿਸੇ ਗ੍ਰਹਿ ਦੀ ਪੂਜਾ ਕਰਨ ਦੀ ਲੋੜ ਨਹੀਂ ਪਏਗੀ, ਸਾਡੀ ਬੋਲਬਾਣੀ ਚੰਗੀ ਹੋਵੇ, ਸਾਡਾ ਜੀਵਨ ਸੁਚੱਜਾ ਹੋਵੇ, ਰੱਬੀ ਰਜ਼ਾ ਵਿੱਚ ਜ਼ਿੰਦਗੀ ਨੂੰ ਬਤੀਤ ਕਰੀਏ, ਸਾਡੇ ਅੰਦਰ ਖਿਝ ਨਾ ਹੋਵੇ, ਸਹਿਨਸ਼ੀਲਤਾ ਹੋਵੇ, ਧੀਰਜ ਹੋਵੇ, ਤੇ ਤਾਂ ਹੀ ਸਾਡਾ ਜੀਵਨ ਤੇ ਸਾਡਾ ਇਹ ਵੀਰਵਾਰ ਦਾ ਦਿਨ ਸਫਲ ਹੋਵੇਗਾ। ਇਹਨਾਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ ਜੀ। ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।